ਵਾਹਿਗੁਰੂ ਜੀ। ਸਤਨਾਮ ਧੰਨ ਗੁਰੂ ਗਰੀਬ ਨਿਵਾਜ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਹਰ ਸਿਉ ਹੀਰਾ ਛੱਡ ਕੇ, ਹਰ ਸਿਉ ਹੀਰਾ ਛੱਡ ਕੇ ਕਰੇ ਅਣਗੀਆ। ਤੇ ਨਰ ਦੋਜਕ ਜਾਹੇ, ਤੇ ਨਰ ਦੋਜਕ ਜਾਹੇਂਗੇ। ਸਤ ਪਖ ਹੈ ਦਿਨ ਸੁਰੈਨਾਰੇ। ਮਨ ਗੁਰਮਿਲ ਕਾਜ ਸਵਾਰੀ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਹਰਿਓ ਬ੍ਰਹਮ ਗਿਆਨੀ। ਜਿਸ ਹੈ ਜਗਾਏ ਪਿਆ ਵਹਿ ਰਸ, ਕਥ ਕਥਾ ਤਿਨ ਜਾਨੀ। ਜਾ ਕੋ ਆਈ ਸੋਈ ਬਿਹਾਜੋ, ਹਰ ਗੁਰ ਤੇ ਮਨ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਜੇ, ਬਹੁਰ ਨਾ ਹੋਏ ਗੋ ਫੇਰਾ। ਇਹ ਦੇਹੀ ਤੇਰੀ ਨਿਤ ਨਹੀਂ ਰਹਿਣੀ, ਇਹ ਦੇਹੀ ਤੇਰੀ ਨਿਤ ਨਹੀਂ ਰਹਿਣੀ। ਕੋਈ ਨੇਕ ਕਮਾਈ ਕਰ ਜਾ, ਨਾਮ ਦੀ ਬੇੜੀ ਚੜ ਕੇ ਬੰਦਿਆ। ਉਹ ਭਵ ਜਲ ਤੂੰ ਤਰ ਜਾ। ਸੰਗੀ ਹੈ ਤੇਰੋ ਹਰ ਜਸ ਗਾਏ ਲੈ, ਜੋ ਸੰਗੀ ਹੈ ਤੇਰੋ ਹਰ ਜਸ ਗਾਏ ਲੈ ਮਨਾ। ਸੰਗੀ ਹੈ ਤੇਰੋ ਹਰ ਜਸ ਗਾਏ ਪਿਆਰੇ। ਜੋ ਸੰਗੀ ਹੈ ਤੇਰੋ ਹਰ ਜਸ ਗਾਏ। ਹਰ ਜਸ ਗਾਏ
प्यारे जो संगी है तेरो हर जस गाए जो संगी है तेरो हर जस गाए प्यारे जो संगी है तेरो हर जस गाए ले हर जस गाए ले हर जस गाए ले मना हर जस गाए ले मना प्यारे जो संगी है तेरो हर जस गाए ले मना जो संगी है तेरो हर जस गाए ले मना प्यारे जो संगी है तेरो हर जस प्यारे जो संगी है तेरो हर जस प्यारे जो संगी है तेरो हर जस रे मना गाए ले जो संगी है तेरो असुर भी तो जात है असुर भी तो जात है कहे ओ मान ले मेरो गुण गोविंद गायो नहीं जन्म अकारथ कीना कहो नानक हर भज मना जह विद जल को पीना जी जह विद जल को मीना प्यारे जी जखड़ जांगी मीवर से प्यारे जी जखड़ जांगी मीवर से प्यारे प्यारे जी जखड़ जांगी
ਜਾਏ ਮਿਲਾਂਗੇ ਸਜਣਾ ਟੂਟੇ ਨਾਹੀ ਨੇ ਹੋ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਧ ਸੰਗਤ ਜੀ, ਆਪ ਸਭ ਨੂੰ ਪਤਾ ਹੀ ਹੈ, ਕੁਝ ਦਿਨ ਪਹਿਲਾਂ ਸਰਦਾਰ ਜਰਨੈਲ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਨ। ਅੱਜ ਉਹਨਾਂ ਦੇ ਅੰਤਮ ਅਰਦਾਸ ਡੇਰਾ ਨਾਨਕਸਰ ਵਿਖੇ ਹੋ ਰਹੀ ਹੈ। ਆਪ ਸਭ ਸੰਗਤਾਂ ਅੰਤਮ ਅਰਦਾਸ ਵਿੱਚ ਜੁੜ ਬੈਠੇ ਹੋ। ਸੋ ਆਓ ਸਾਧ ਸੰਗਤ ਜਿਤਨਾ ਸਮਾਂ ਅੰਤਮ ਅਰਦਾਸ ਵਿੱਚ ਜੁੜ ਕੇ ਬੈਠਣਾ ਹੈ, ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਇਨ ਕਰਕੇ ਆਪਣੇ ਜੀਵਨ ਨੂੰ ਸਵਾਸਾਂ ਦੀਆਂ ਘੜੀਆਂ ਨੂੰ ਸਫਲੇ ਬਣਾਈਏ। ਕਿਉਂਕਿ ਮਹਾਰਾਜ ਕਹਿੰਦੇ ਹਰ ਜਸ ਰੇਮ ਨਾ ਗਾਏ ਲੈ, ਜੋ ਸੰਗੀ ਹੈ ਤੇਰੋ ਅਵਸਰ ਵੀ ਤਿਉ ਜਾਤ ਹੈ, ਕਹਿਓ ਮਾਣ ਮੇਰੋ। ਦਿਨੋਂ ਦਿਨ ਇਹ ਤੇਰੀ ਔਦ ਹੈ ਜਿਹੜੀ ਘਟਦੀ ਜਾ ਰਹੀ ਹੈ, ਤੇਰੇ ਸਰੀਰ ਵਿੱਚੋਂ ਸਵਾਸ ਨਿਕਲਦੇ ਜਾ ਰਹੇ ਨੇ। ਜਿਵੇਂ ਇਸ ਮਨੁੱਖ ਨੂੰ, ਇਸ ਦੇਹੀ ਨੂੰ ਸਾਜ ਕੇ ਪਰਮੇਸ਼ਰ ਵਾਹਿਗੁਰੂ ਨੇ ਭੇਜਿਆ। ਸਾਧ ਸੰਗਤ, ਪਰਮੇਸ਼ਰ ਵਾਹਿਗੁਰੂ ਨੇ ਕਿਸ ਕਾਰਨ ਕਰਕੇ ਇਸ ਦੇਹੀ ਨੂੰ ਸਾਜ ਕੇ ਭੇਜਿਆ? ਜੇ ਉਹ ਮਨੋਰਥ ਅਸੀਂ ਪੂਰਾ ਕਰ ਸਕਦੇ ਹਾਂ ਇਸ ਦੇਹੀ ਦੁਆਰਾ। ਕਿਉਂਕਿ ਸਾਧ ਸੰਗਤ ਆਪਾਂ ਹੁਣੇ ਭਗਤ ਹਰੀ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਇਹ ਸ਼ਬਦ ਪੜ੍ਹਿਆ ਹੈ, ਝਖੜ ਜਾਂਗੀ ਮੀਂਹੋਂ ਵਰਸੈ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰ ਸਿਖ ਲੰਘ ਗੁਰੂ ਪੈ ਜਾਈ। ਸਾਧ ਸੰਗਤ, ਸੰਸਾਰਿਕ ਮੌਸਮ ਦੇ ਹਿਸਾਬ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਭਾਵੇਂ ਇਸ ਪੰਗਤੀਆਂ ਦਾ ਭਗਤ ਫਰੀਦ ਸਾਹਿਬ ਜੀ ਦੀ ਸਾਖੀ ਨਾਲ ਵੀ ਸੰਬੰਧ ਹੈ। ਜੇ ਅਸੀਂ ਇਹਦੇ ਅਰਥ ਪੜ੍ਹੀਏ ਤਾਂ ਸਾਧ ਸੰਗਤ ਕੁਝ ਇਸ ਤਰ੍ਹਾਂ ਵੀ ਆਉਂਦੇ ਨੇ। ਜਦੋਂ ਆਪਾਂ ਹੁਣ ਵੇਖਦੇ ਹਾਂ, ਜਦੋਂ ਮੀਂਹ ਪਵੇ, ਝੱਖੜ ਤੂਫਾਨ ਹੋਵੇ ਤੇ ਸਾਧ ਸੰਗਤ ਸਾਰੇ ਕੰਮ ਠੱਪ ਹੋ ਜਾਇਆ ਕਰਦੇ ਨੇ। ਕਿਸੇ ਪਾਸੇ ਜਾਣਾ ਹੋਵੇ ਉੱਥੇ ਨਹੀਂ ਜਾ ਸਕਦੇ। ਤੇ ਇਸੇ ਤਰ੍ਹਾਂ ਸਾਧ ਸੰਗਤ ਜਿਵੇਂ ਕਿਸੇ ਆਮ ਦੁਨਿਆਵੀ ਪੁਰਸ਼ ਨੂੰ ਕਿਸੇ ਭਾਵਕੀ ਕਿਸੇ ਥਾਂ ਤੇ ਜਾਣਾ ਹੋਵੇ, ਰੁਕਾਵਟਾਂ ਪੈਂਦੀਆਂ ਨੇ, ਮੀਂਹ ਪੈ ਜਾਵੇ, ਚਿੱਕੜ ਹੋਇਆ ਹੋਵੇ ਤੇ ਸਾਧ ਸੰਗਤ ਕਿਸੇ ਪਾਸੇ ਜਾਣਾ ਹੋਵੇ ਉਹਨੂੰ ਰੁਕਾਵਟ ਪੈਂਦੀ ਹੈ। ਇਸੇ ਤਰ੍ਹਾਂ ਇਸੇ ਸ਼ਬਦਾਂ ਦੇ ਵਿੱਚੋਂ ਵਿਆਖਿਆ ਕਰੀਏ ਤਾਂ ਜਿਸ ਗੁਰਸਿੱਖ ਨੇ, ਜਿਸ ਰੱਬ ਦੇ ਪਿਆਰੇ ਨੇ ਉਸ ਪਰਮੇਸ਼ਰ ਵਾਹਿਗੁਰੂ ਤੱਕ ਪਹੁੰਚਣਾ ਹੈ, ਉਹਨੂੰ ਵੀ ਇਸੇ ਤਰ੍ਹਾਂ ਹੀ ਮੀਂਹ ਦਾ, ਝੱਖੜ ਦਾ, ਤੂਫਾਨ ਦਾ, ਹੜ੍ਹ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਹੜ੍ਹ ਕਿਹੜਾ ਹੈ? ਆ ਬਾਹਰ ਤਾਂ ਆਪਾਂ ਹੁਣ ਵੇਖਦੇ ਹਾਂ, ਮੀਂਹ ਪੈਂਦਾ, ਤੂਫਾਨ ਆ ਗਿਆ, ਕੋਈ ਹੜ੍ਹ ਆ ਗਿਆ, ਇਹ ਤਾਂ ਹੋ ਸਕਦਾ ਥੋੜੇ ਸਮੇਂ ਵਾਸਤੇ ਆਉਂਦੇ ਨੇ, ਪਰ ਇਹੀ ਤਿੰਨ ਚੀਜ਼ਾਂ ਨੇ ਜਿਹੜੇ, ਕਿਉਂਕਿ ਸਾਧ ਸੰਗਤ ਇਸ ਧਰਤੀ ਦੇ ਉੱਤੇ
ਇਹ ਤਿੰਨ ਚੀਜ਼ਾਂ ਆਉਂਦੀਆਂ ਨੇ ਸਾਨੂੰ ਰੁਕਾਵਟਾਂ ਪਾਉਂਦੀਆਂ ਨੇ। ਗੁਰਬਾਣੀ ਵਿੱਚ ਇਸ ਸਰੀਰ ਨੂੰ ਵੀ ਧਰਤੀ ਲਿਖਿਆ ਗਿਆ। ਧਰਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ ਰਹੇ। ਇਸ ਸਰੀਰ ਵਿੱਚ ਕੀ ਬੀਜਣਾ? ਮਹਾਰਾਜ ਕਹਿੰਦੇ ਕਰਮਾਂ ਸੰਧੜਾ ਖੇਤ। ਧਰਤੀ ਹੈ, ਇਹਦੇ ਤੇ ਅੰਨ ਪੈਦਾ, ਅਨਾਜ ਪੈਦਾ ਕਰਨ ਵਾਸਤੇ। ਇਹ ਧਰਤੀ ਜਿਹੜੀ ਅਨਾਜ ਪੈਦਾ ਕਰਨ ਵਾਸਤੇ ਹੈ, ਰਹਿਣ ਵਾਸਤੇ ਹੈ। ਜਿਹੜਾ ਸਾਡਾ ਸਰੀਰ ਹੈ ਸਾਧ ਸੰਗਤ, ਇਹ ਕਰਮਾਂ ਸੰਧੜਾ ਖੇਤ, ਇਹ ਕਰਮ ਬੀਜਣ ਦੀ ਰੁੱਤ ਹੈ, ਇਹ ਕਰਮ ਬੀਜਣ ਦੀ ਧਰਤੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਵੀ ਕਹਿਤਾ ਹੈ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਇਸੇ ਤਰ੍ਹਾਂ ਮਹਾਰਾਜ ਗੁਰਬਾਣੀ ਅੰਦਰ ਜਦੋਂ ਭਗਤ ਫਰੀਦ ਸਾਹਿਬ ਜੀ ਦੇ ਇਹ ਸ਼ਬਦ ਪੜ੍ਹੀਦੇ ਹੈ, ਝਖੜ ਜਾਂਗੀ ਮੀਂਹੋਂ ਵਰਸੈ ਭੀ ਗੁਰ ਦੇਖਣ ਜਾਈ, ਤੇ ਸਾਧ ਸੰਗਤ ਉੱਥੇ ਫਿਰ ਜਦੋਂ ਅਰਥ ਅਸੀਂ ਭਗਤ ਫਰੀਦ ਸਾਹਿਬ ਜੀ ਦੇ ਸਾਖੀ ਨਾਲ ਵੀ ਜੋੜਦੇ ਆ, ਉਹ ਵੀ ਠੀਕ ਹੈ, ਪਰ ਵਾਰਾਂ ਦੇ ਵਧੀਕ ਵਿੱਚ ਵੀ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ। ਫਿਰ ਇਸ ਪੰਕਤੀਆਂ ਦਾ ਪੂਰਾ ਸਮਝ ਸਾਡੇ ਦਿਮਾਗ ਵਿੱਚ ਪੈਂਦੀ ਹੈ। ਮਹਾਰਾਜ ਵਾਰਾਂ ਦੇ ਵਧੀਕ ਵਿੱਚ ਆਖਦੇ ਨੇ, ਝੜ ਝਖੜ ਉਹਾੜ ਲਹਿਰੀ ਵਹਿ ਲਖੇਸਰੀ। ਸਾਧ ਸੰਗਤ ਇਹ ਤਿੰਨ ਚੀਜ਼ਾਂ ਨੇ, ਹੜ, ਤੂਫਾਨ, ਝਖੜ, ਜੋ ਆਪਾਂ ਕਹਿ ਦਈਏ ਮੀਂਹ ਪੈਂਦਾ, ਇਹ ਧਰਤੀ ਤੇ ਪੈਂਦਾ, ਇਹਦਾ ਕੋਈ ਬਹੁਤਾ ਸਾਨੂੰ ਕੋਈ ਦੁੱਖ ਨਹੀਂ, ਸੌਖੀ ਹੈ। ਪਰ ਜਦੋਂ ਇਹੀ ਤਿੰਨ ਚੀਜ਼ਾਂ ਸਾਡੇ ਸਰੀਰ ਉੱਤੇ, ਧਰਤੀ ਦੇ ਉੱਤੇ ਆਉਂਦੀਆਂ ਨੇ, ਹੜ ਆਉਂਦਾ, ਕਾਹਦਾ ਆਉਂਦਾ? ਸਾਡੇ ਸਰੀਰ ਤੇ ਹੜ ਆਉਂਦਾ ਮੋਹ ਦਾ, ਸਾਡੇ ਸਰੀਰ ਤੇ ਝਖੜ ਆਉਂਦਾ ਲੋਭ ਦਾ। ਸਾਧ ਸੰਗਤ ਸਾਡੇ ਸਰੀਰ ਦੇ ਉੱਤੇ ਝਖੜ, ਝੜ ਝਖੜ ਉਹਾੜ, ਹੜ ਆਉਂਦਾ ਲੋਭ ਦਾ, ਤ੍ਰਿਸ਼ਨਾ ਦਾ ਹੜ ਆਉਂਦਾ। ਸਾਧ ਸੰਗਤ ਜਦੋਂ ਇਹ ਤਿੰਨ ਸਰੀਰ, ਇਹ ਤਿੰਨੇ ਚੀਜ਼ਾਂ ਸਾਡੇ ਸਰੀਰ ਉੱਤੇ ਰੋਜ਼ ਆਉਂਦੀਆਂ ਨੇ, ਝੜ ਝਖੜ ਉਹਾੜ, ਇਹ ਤਿੰਨੇ ਚੀਜ਼ਾਂ ਰੋਜ਼ ਸਾਡੇ ਸਰੀਰ ਉੱਤੇ ਆਉਂਦੀਆਂ ਨੇ। ਲੋਭ ਦਾ ਝਖੜ ਸਾਡੇ ਸਰੀਰ ਉੱਤੇ ਰੋਜ਼ ਆਉਂਦਾ ਹੈ। ਤੇ ਸਾਧ ਸੰਗਤ ਹੜ ਤ੍ਰਿਸ਼ਨਾ ਦਾ ਸਾਡੇ ਸਰੀਰ ਉੱਤੇ ਰੋਜ਼ ਆਉਂਦਾ ਹੈ। ਇਸੇ ਤਰ੍ਹਾਂ ਮਹਾਰਾਜ ਜੀ ਇਸ ਪੰਜਾਂ ਵਿਕਾਰਾਂ ਤੋਂ ਬਚਣ ਲਈ ਆਖਦੇ ਨੇ। ਮਹਾਰਾਜ ਦੇ ਇਸ ਗ੍ਰਹਿ ਪੰਜ ਚੋਰ ਵਸੀਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਇਸ ਦੇਹੀ ਅੰਦਰ ਪੰਜ ਚੋਰ ਵਸਦੇ ਨੇ। ਮਹਾਰਾਜ ਉਹ ਚੋਰਾਂ ਤੋਂ ਬਚਣ ਲਈ ਆਖਦੇ ਨੇ। ਇਹ ਨਹੀਂ ਹੈ ਵੀ ਉਹ ਪੰਜੇ ਸਾਡੇ ਸਰੀਰ ਵਿੱਚੋਂ ਖਤਮ ਹੋ ਸਕਦੇ ਨੇ, ਖਤਮ ਨਹੀਂ ਹੋਇਆ ਕਰਦੇ। ਤੇ ਸਾਧ ਸੰਗਤ ਮਹਾਰਾਜ ਕਹਿੰਦੇ ਫਿਰ ਜਦੋਂ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋਣ ਸਾਡੇ ਸਰੀਰ ਉੱਤੇ, ਝਖੜ ਵੀ ਆਇਆ ਹੋਵੇ, ਹੜ ਵੀ ਆਇਆ ਹੋਵੇ, ਤੇ ਸਾਧ ਸੰਗਤ ਫਿਰ ਮਹਾਰਾਜ ਕਹਿੰਦੇ ਫਿਰ ਉਸ ਸਮੇਂ ਬਚਿਆ ਕਿਵੇਂ ਜਾ ਸਕਦਾ ਹੈ? ਕੌਣ ਬਾਂਹ ਫੜੇ ਉਸ ਸਮੇਂ? ਮਹਾਰਾਜ ਕਹਿੰਦੇ ਬਸ ਇੱਕੋ ਹੀ ਇੱਕ ਹੈ, ਸਤਿਗੁਰ ਨੂੰ ਉਲਾਏ। ਉਸ ਸਮੇਂ ਕੇਵਲ ਆਪਣੇ ਗੁਰੂ ਨੂੰ, ਪਰਮੇਸ਼ਰ ਨੂੰ ਯਾਦ ਰੱਖ, ਉਹੀ ਤੈਨੂੰ ਇਸ ਸਮੇਂ ਤੋਂ, ਭਿਆਨਕ ਸਮੇਂ ਤੋਂ ਬਚਾ ਸਕਦਾ ਹੈ। ਫਿਰ ਮਹਾਰਾਜ ਕਹਿੰਦੇ ਅੱਗੇ ਜਦੋਂ ਤੂੰ ਸਤਿਗੁਰ ਨੂੰ ਉਲਾਏਂਗਾ, ਉਹਨੂੰ ਯਾਦ ਕਰੇਂਗਾ, ਉਹਨੂੰ ਕਹੇਗਾ ਵੀ ਪਰਮੇਸ਼ਰ ਵਾਹਿਗੁਰੂ ਮੇਰੀ ਬਾਂਹ ਫੜ, ਫਿਰ ਮਹਾਰਾਜ ਕਹਿੰਦੇ ਫਿਰ ਅੱਗੇ ਬੇੜੇ ਡੋਬਣ ਨਾਹੀ ਪਾਓ। ਫਿਰ
ਇਹ ਤੇਰਾ ਬੇੜਾ ਮਹਾਰਾਜ ਕਹਿੰਦੇ ਡੁੱਬ ਨਹੀਂ ਸਕਦਾ ਜਦੋਂ ਤੂੰ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਕਰੇਂਗੇ। ਆਮ ਹੀ ਹੈ ਮਹਾਰਾਜ ਕਹਿੰਦੇ ਰੋਜ਼ਾਨਾ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਪੜ੍ਹਦੇ ਆਂ। ਮਹਾਰਾਜ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਉੱਥੇ ਤੇਰੇ ਕਿਸੇ ਨੇ ਨਾਲ ਨਹੀਂ ਖੜਨਾ। ਜਦੋਂ ਇਹ ਤਿੰਨੇ ਚੀਜ਼ਾਂ ਤੇਰੇ ਸਰੀਰ ਤੇ ਹੜ ਵੀ ਮੋਹ ਵੀ ਤੇ ਸਾਧ ਸੰਗਤ, ਫਿਰ ਉੱਥੇ ਸਤਿਗੁਰ ਨੂੰ ਯਾਦ ਕਰ ਤਾਂ ਜੋ ਮਹਾਰਾਜ ਕਹਿੰਦੇ ਬੇੜੇ ਡੋਬਣ ਨਾ ਹੀ ਪਾਓ। ਉਥੋਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤੇਰੀ ਕਿਸੇ ਨੇ ਬਾਹ ਨਹੀਂ ਫੜਨੀ। ਰੋਜ਼ਾਨਾ ਆਪਾਂ ਇਸੇ ਤਰ੍ਹਾਂ ਗੁਰਬਾਣੀ ਅੰਦਰ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਪੜ੍ਹਦੇ ਹਾਂ। ਪਿਆਰੇ ਜੀ ਜਿੱਥੇ ਨਾ ਕੋਈ ਮਾਤ ਪਿਤਾ, ਪਿਆਰੇ ਜੀ ਜਿੱਥੇ ਨਾ ਕੋਈ ਮਾਤ ਪਿਤਾ, ਪਿਆਰੇ ਜੀ ਜਿੱਥੇ ਨਾ ਕੋਈ ਮਾਂ, ਪਿਆਰੇ ਜੀ ਜਿੱਥੇ ਨਾ ਉੱਥੇ ਨਾਮ ਨੇ ਸਹਾਇਤਾ ਕਰਨੀ, ਉੱਥੇ ਨਾਮ ਨੇ ਸਹਾਇਤਾ ਕਰਨੀ, ਤੇਰੀ ਨਾਮ ਨੇ, ਤੇਰੀ ਨਾਮ ਨੇ, ਤੇਰੀ ਨਾਮ ਨੇ, ਨਾਮ ਨੇ ਸਹਾਇਤਾ ਕਰਨੀ, ਤੇਰੀ ਨਾਮ ਨੇ ਸਹਾਇਤਾ ਕਰਨੀ। ਪਿਆਰੇ ਜੀ ਜਿੱਥੇ ਨਾ ਕੋਈ ਮਾਤ ਪਿਤਾ, ਪਿਆਰੇ ਜੀ ਜਿੱਥੇ ਨਾ ਕੋਈ ਮਾਤ ਪਿਤਾ, ਪਿਆਰੇ ਜੀ ਜਿੱਥੇ ਨਾ ਕੋਈ ਮਾਂ, ਪਿਆਰੇ ਜੀ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਮੂਹਾ ਨਾਮ ਤੇਰਾ ਸੰਗ ਸਹਾਈ। ਹਾਂ ਮਹਾਰਾਜ ਕਹਿੰਦੇ ਜਿੱਥੇ ਤੇਰਾ ਕੋਈ ਸਹਾਇਤਾ ਨਹੀਂ ਕਰ ਸਕਦਾ, ਕੋਈ ਤੇਰੇ ਨਾਲ ਨਹੀਂ ਜਾ ਸਕਦਾ, ਉੱਥੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਤੈਨੂੰ ਰੱਖ ਸਕਦਾ, ਉਹ ਸਹਾਇਤਾ ਕਰ ਸਕਦਾ। ਭਾਵੇਂ ਇੱਥੇ ਅਗਲੇ ਜਹਾਨ ਦੀ ਗੱਲ ਕੀਤੀ ਗਈ ਹੈ। ਅੱਜ ਸਾਡੇ ਵਿੱਚ ਸ਼ੰਕਾਵਾਦੀ ਇੰਨੇ ਹੋ ਗਏ ਨੇ, ਕਹਿ ਦਿੱਤਾ ਜਾਂਦਾ ਬਈ ਅੱਗਾ ਕਿਹਨੇ ਦੇਖਿਆ, ਵੀ ਅੱਗਾ ਕਿਹਨੇ ਦੇਖਿਆ, ਕੀ ਪਤਾ ਕੌਣ ਹੈ ਅੱਗੇ ਕੀ ਹੁੰਦਾ, ਆਪਾਂ ਨੂੰ ਕੀ ਪਤਾ ਹੈ। ਪਰ ਸਾਧ ਸੰਗਤ ਮਹਾਰਾਜ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ, ਆਪਣੇ ਕਹਿਣ ਨਾਲ ਕੀ ਹੋ ਜਾਣਾ ਵੀ ਅੱਗਾ ਕਿਹਨੇ ਦੇਖਿਆ। ਮਹਾਰਾਜ ਕਹਿੰਦੇ ਅੱਗੇ ਕਰਨੀ ਕੀਰਤ ਵਾਚੀ ਹੈ, ਬੈ ਲੇਖਾ ਕਰ ਸਮਝਾਇਆ। ਉੱਥੇ ਤਾਂ ਤੇਰੇ ਇੱਕ ਇੱਕ ਕਰਮ ਦਾ ਲੇਖਾ ਹੋਏਗਾ। ਫਿਰ ਆਪਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬਾਣੀ ਪੜ੍ਹਦੇ ਆਂ। ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਪੜ੍ਹਦੇ ਆਂ ਬਾਣੀ, ਮਹਾਰਾਜ ਕਹਿੰਦੇ ਇਹ ਕਰਮਾਂ ਦਾ ਹਿਸਾਬ ਕਿਤਾਬ ਜ਼ਰੂਰ ਹੁੰਦਾ ਹੈ। ਚਲੋ ਜੇ ਆਪਾਂ ਇਉਂ ਵੀ ਮੰਨਦੇ ਆਂ ਬਈ ਅੱਗੇ ਕਿਹਨੇ ਦੇਖਿਆ, ਵੀ ਅੱਗੇ ਕਿੱਥੇ ਸਹਾਇਤਾ ਕਰਨੀ ਹੈ, ਕਿਹਨੇ ਕਰਨੀ ਹੈ, ਫਿਰ ਇੱਥੋਂ ਦੇ ਲੋਕ ਦੀ ਗੱਲ ਕਰ ਲਓ। ਇੱਥੇ ਵੀ ਸਾਰੇ ਮਾਂ ਭੈਣ ਭਰਾ ਪਿਤਾ ਸਾਰੇ ਕੋਲ ਖੜੇ ਹੁੰਦੇ ਨੇ। ਸਾਰੇ ਉਸ ਸਮੇਂ ਕੋਲ ਖੜੇ ਹੁੰਦੇ ਨੇ ਜਦੋਂ ਡਾਕਟਰ ਕਹਿ ਦਿੰਦੇ ਆ ਇਹਦੀ ਬੋਡੀ ਡੈੱਡ ਹੋ ਗਈ, ਇਹਨੂੰ ਚੱਕ ਕੇ ਲੈ ਜਾਓ, ਆਖੋ ਸਤਨਾਮ ਸ਼੍ਰੀ। ਉਦੋਂ ਵੀ ਸਾਰੇ ਕੋਲ ਹੀ ਖੜੇ ਹੁੰਦੇ ਨੇ, ਉੱਥੇ ਨਾ ਸਹਾਇਤਾ ਕਰ ਸਕੇ। ਗੁਰਬਾਣੀ ਤਿੰਨ ਕਾਲ ਸੱਤ ਹੈ। ਸਾਧ ਸੰਗਤ
महाराज जी गुरबाणी अंदर इसे तरह ही फरमान करते हैं, जह मात पिता सुत मीत ना भाई, मन उहा नाम तेरे संग सहाई। जे अग्गा नहीं मनते तो इत्थों के लोग की गल कर लो, सारे कोल खड़े होंदे ने जदों शरीर छड्ड के चले जांदा ते साध संगत गुरु नानक पातशाह महाराज जी जगत जलंधे का उद्धार करते करते जिस वेले महाराज उड़ीसा गए, गुरु नानक पातशाह महाराज जी उड़ीसा गए। उड़ीसा तो पहला महाराज जी भुलेश्वर भी गए, उत्थे भी महाराज जी का स्थान है। उड़ीसा तो पातशाह महाराज जी कटक बंदरगाह जिथे उत्थे गुरु नानक पातशाह महाराज जी का स्थान है, गुरुद्वारा निम साहब। कटक जदों गए, कटक तो अगे जगन्नाथपुरी आउंदा है, जगन्नाथपुरी तो अगे कोई नगर नहीं, अखीरला नगर है, उत्थों फिर समुद्र शुरू हो जाता। गुरु नानक पातशाह महाराज जी कटक जदों पहुंचते ने, एक निम दे हेठां बैठे गुरु नानक पातशाह महाराज, बड़ी उच्ची उच्ची रोण दी आवाज़ां आउण लगियां। साध संगत गुरु नानक पातशाह महाराज भाई मरदाने नूं कहण लगे, मरदानिया इन्नी उच्चियां उच्चियां रोण दी आवाज़ां देखदा पिंड विच की है, जाके वेख के आ। इन्नी उच्ची उच्ची रोण दी आवाज़ां जो आ रही ने, गुरु नानक पातशाह महाराज जी नूं भाई मरदाना सत वचन आखदा, नगर दे विच जाके वेखदा बड़ा चीक चंगियाड़ा पै रहा। पुछना कीता भी कौन की गल हुई है, दसिया भाई मरदाना जी नूं भी ये सेठां दा इको एक पुत्र सी, वो चढ़ाई कर गया, इको एक पुत्र होए। साध संगत वो मां दी की हालत होवेगी, वो प्यो दी की हालत होवेगी, इको एक पुत्र वो भी चढ़ाई कर जाए। किसी ने आख्या एक ना दे कर धीआं, एक ना दे कर दोतरे, एक ना दे कर पोतरे, एक ना दे घर एक, जे ओ भी जावे मार, कौन साहिब नूं आखे वजीदा इंज ना इंज कर। कौन आखे परमेश्वर वाहिगुरू नूं भी तूं इउं क्यों करदा है, इको एक पुत्र होवे वो भी चढ़ाई कर जाए। दसिया जी सेठां दा इको एक पुत्र सी, वो चढ़ाई कर गया, तां वो माता वरलाप करदी है, रोंदी है उच्ची उच्ची। आके गुरु नानक पातशाह महाराज जी नूं भाई मरदाना जी कहण लगे, महाराज ये रोण दी आवाज़ां उस मां दियां ने, सेठां दे घर इको एक पुत्र सी, वो चढ़ाई कर गया। गुरु नानक पातशाह महाराज कहण लगे, अच्छा इको एक ही सी? हाँ महाराज, इको एक पुत्र वो भी चढ़ाई कर गया। गुरु नानक पातशाह महाराज जी कहण लगे, जा मरदानिया इउं कर, उन्हां नूं बुला के लिया इत्थे, उस पुत्र दा शरीर भी नाल लैके आउण, आपां जिउंदा कर दिंदे आ। जे इको एक सी आपां जिउंदा कर दिंदे आ, जां उन्हां नूं कह भी इस निम दे हेठां गुरु नानक बैठा है, शरीर लैके साडे कोल आ जाण। ते साध संगत भाई मरदाना जी महाराज जी कोलों जांदा है, जाके कहन लग्या भी गुरु नानक महाराज इस नगर दे विच आए हुए ने। उन्होंने कहा कोई गल नहीं, तुहाडा पुत्र जिउंदा कर दिन्ने आ, कोई बहुती वड्डी गल नहीं। साध संगत भावें अज सानू वड्डी गल लग सकती है भी आए किवें हो सकदा, किवें जिउंदा कर सकदे ने। बाणी पढ़ो, महाराज कहंदे सतगुर मेरा मार जिवांदे। महाराज जिउंदियां दे सासंग मरियां दे विच सवास पा सकदे ने, कोई बहुती वड्डी गल नहीं। वो मरियां नूं जिउंदा कर सकदा है। इत्थे तां एक दी गल नहीं, महाराज लखां करोड़ां दी गल करदे ने, ते एक शरीर नूं जिउंदा कर देना कोई बहुती वड्डी गल नहीं। आ परमेश्वर वाहिगुरू ने सृष्टि साजी है,
ਆ ਸਾਰੀ ਸ੍ਰਿਸ਼ਟੀ ਸਾਜੀ ਹੈ। ਸਾਧ ਸੰਗਤ ਕਿੰਨਾ ਕੁ ਸਮਾਂ ਲੱਗਿਆ ਹੋਣਾ ਸਾਰੀ ਸ੍ਰਿਸ਼ਟੀ ਸਾਜਣ ਨੂੰ, ਕਿੰਨਾ ਕੁ ਸਮਾਂ ਲੱਗਿਆ ਹੋਣਾ। ਬਾਣੀ ਪੜ੍ਹੀਏ, ਸੁਖਮਨੀ ਸਾਹਿਬ ਵਿੱਚ ਬਾਣੀ 'ਚ ਪੜ੍ਹਦੇ ਆ, ਹਰਨ ਭਰਨ ਜਾ ਕਾ ਨੇਤਰ ਫੋਰ, ਇਸ ਸ੍ਰਿਸ਼ਟੀ ਨੂੰ ਖਤਮ ਕਰ ਦੇਣਾ। ਤੇ ਸਾਧ ਸੰਗਤ ਹਰਨ ਕਹੀਏ ਖਤਮ ਕਰ ਦੇਣਾ, ਭਰਨ ਕਹੀਏ ਸ੍ਰਿਸ਼ਟੀ ਨੂੰ ਸਾਜ ਦੇਣਾ। ਕਿੰਨਾ ਕੁ ਸਮਾਂ ਲੱਗਿਆ? ਕਿਤੇ 4-5 ਸਾਲਾਂ ਦੀ ਗੱਲ ਨਹੀਂ। ਸਾਧ ਸੰਗਤ ਆਪਾਂ ਇੱਥੇ ਦੇਖ ਲਓ, ਕੋਈ ਕੋਠੀ ਬਣਾਉਣੀ ਹੋਵੇ, ਘਰ ਬਣਾਉਣਾ ਹੋਵੇ, ਉਹਨੂੰ ਵੀ 2-4 ਸਾਲ ਲੱਗੇ ਰਹਿੰਦੇ ਆ। ਪਰ ਪਰਮੇਸ਼ਰ ਵਾਹਿਗੁਰੂ ਨੇ ਇੰਨੀ ਸ੍ਰਿਸ਼ਟੀ ਸਾਜੀ ਹੈ, ਕਿੰਨਾ ਕੁ ਸਮਾਂ ਲੱਗਿਆ ਹੋਣਾ। ਮਹਾਰਾਜ ਕਹਿੰਦੇ ਹਰਨ ਭਰਨ ਜਾ ਕਾ ਨੇਤਰ ਫੋਰ, ਇੰਨਾ ਕੁ ਸਮਾਂ ਲੱਗਿਆ ਜਿੰਨਾ ਕੁ ਬਸ ਆਪਾਂ ਅੱਖ ਨੂੰ ਝਪਕਦੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੰਨਾ ਕੁ ਸਮਾਂ ਅੱਖ ਝਪਕਣ ਤੇ ਸ੍ਰਿਸ਼ਟੀ ਨੂੰ ਸਾਥ ਦੇਣਾ ਤੇ ਇੱਕ ਬੰਦੇ ਨੂੰ ਮਰੇ ਨੂੰ ਜਿਉਂਦਾ ਕਰ ਦੇਣਾ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਾ ਮਰਦਾਨਿਆਂ ਨੂੰ ਬੁਲਾ ਕੇ ਲਿਆ। ਜਾ ਕੇ ਕਹਿਣ ਲੱਗਿਆ ਵੀ ਤੁਹਾਡਾ ਪੁੱਤ ਜਿਉਂਦਾ ਹੋ ਸਕਦਾ ਹੈ, ਆਜੋ ਸਰੀਰ ਨੂੰ ਲੈ ਕੇ ਮੇਰੇ ਪਿੱਛੇ ਪਿੱਛੇ। ਸਾਰੇ ਸਾਗ ਸੰਬੰਧੀ ਰਿਸ਼ਤੇਦਾਰ ਸਾਰੇ ਨਾਲ ਵੱਧ ਮਾਂ ਖੁਸ਼ ਹੈ ਵੀ ਮੇਰਾ ਪੁੱਤ ਜਿਉਂਦਾ ਹੋ ਜੂ। ਭੱਜੇ ਆਉਂਦੇ ਨੇ, ਆ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਧੰਨ ਭਾਗ ਮਹਾਂਪੁਰਸ਼ੋ, ਤੁਸੀਂ ਸਾਡੇ ਨਗਰ ਵਿੱਚ ਆਏ ਹੋ, ਕਿਰਪਾ ਕਰੋ ਸਾਡਾ ਪੁੱਤ ਜਿਉਂਦਾ ਕਰ ਦਿਓ। ਇੱਕੋ ਇੱਕ ਪੁੱਤ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਬੈਠੋ, ਪਹਿਲਾਂ ਸੰਗਤ ਦੇ ਰੂਪ ਵਿੱਚ ਹੇਠਾਂ ਬੈਠ ਗਏ। ਹੁਣ ਉਹਨੂੰ ਇਉਂ ਸੀ ਵੀ ਚੱਲ ਜੇ ਮੇਰਾ ਪੁੱਤ ਜਿਉਂਦਾ ਹੋ ਜੂ, ਮਾਂ ਨੂੰ ਇਉਂ ਸੀ ਕੋਈ ਨਾ ਕੋਈ ਦਾਨ ਪੁੰਨ ਕਰਨ ਨੂੰ ਕਹਿ ਦਿੱਤਾ ਜਾਊਗਾ, ਉਹ ਆਪਾਂ ਕਰ ਲਵਾਂਗੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਸਾਨੂੰ ਪਹਿਲਾਂ ਇਉਂ ਦੱਸੋ, ਇਹ ਪੁੱਤ ਜਿਹੜਾ ਸਾਰਿਆਂ ਨਾਲੋਂ ਵੱਧ ਕਿਹਨੂੰ ਪਿਆਰਾ? ਮਾਂ ਝੱਟ ਉੱਠ ਕੇ ਖੜੀ ਹੋ ਜਾਂਦੀ ਹੈ, ਕਿਉਂਕਿ ਸਾਧ ਸੰਗਤ ਮਾਂ ਦਾ ਪੁੱਤ ਨਾਲ ਬੜਾ ਪ੍ਰੇਮ ਹੈ। ਮਹਾਰਾਜ ਕਹਿੰਦੇ ਚੰਦ ਚਕੋਰ ਪ੍ਰੀਤ ਹੈ, ਲਾਇ ਤਾਰ ਨਿਹਾਲੇ, ਜਿਵੇਂ ਚੰਦ ਦਾ ਚਕੋਰ ਨਾਲ ਪ੍ਰੇਮ ਹੈ। ਚੰਦ ਚਕੋਰ ਪ੍ਰੀਤ ਹੈ, ਲਾਇ ਤਾਰ ਨਿਹਾਲੇ, ਚੱਕ ਵੀ ਸੂਰਜ ਹੇਤ ਹੈ, ਮਿਲ ਹੋਣ ਸੁਖਾਲੇ। ਜਿਵੇਂ ਮੋਰ ਬੰਬੀਹੇ ਬੋਲਦੇ ਦੇਖ ਬੱਦਲ ਕਾਲੇ, ਮੋਰਾਂ ਨੂੰ ਬੰਬੀਹਾਂ ਨੂੰ ਚਾਹ ਚੜ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨਾਲ ਪਧਾਰ ਪਿਆਰ ਹੈ, ਮਾਂ ਪੁੱਤ ਸਮਾਲੇ। ਮਾਂ ਦਾ ਪ੍ਰੇਮ ਆਪਣੇ ਪੁੱਤਰ ਨਾਲ ਸਾਰਿਆਂ ਨਾਲ ਵੱਧ ਹੁੰਦਾ ਹੈ। ਪੁੱਤ ਤੋਂ ਵੱਧ ਕੇ ਉਹਨੂੰ ਕੋਈ ਵੀ ਚੀਜ਼ ਨਹੀਂ ਹੁੰਦੀ। ਭਾਵੇਂ ਸਾਰੀ ਦੁਨੀਆ ਉਸ ਪੁੱਤ ਨੂੰ ਠੱਗ ਕਹੀ ਜਾਏ, ਚੋਰ ਕਹੀ ਜਾਏ, ਪਰ ਇੱਕੋ ਇੱਕ ਮਾਂ ਜਿਹੜੀ ਕਹਿੰਦੀ ਮੇਰਾ ਪੁੱਤ ਚੋਰ ਨਹੀਂ, ਮੇਰਾ ਪੁੱਤ ਦਾ ਸਾਧ ਹੈ, ਸਾਧ। ਇਸੇ ਤਰ੍ਹਾਂ ਸਾਧ ਸੰਗਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਦੱਸੋ ਭਾਈ ਕਿਹਨੂੰ ਸਾਰਿਆਂ ਨਾਲੋਂ ਵੱਧ ਪਿਆਰਾ ਹੈ? ਮਾਂ ਝੱਟ ਉੱਠ ਕੇ ਖੜੀ ਹੋ ਗਈ, ਮਹਾਰਾਜ ਮੈਨੂੰ ਪਿਆਰਾ। ਕਹਿਣ ਲੱਗੇ ਫਿਰ ਦੱਸੋ ਆਪਦਾ ਪੁੱਤ ਜਿਉਂਦਾ ਕਰਨਾ? ਮਾਂ ਕਹਿਣ ਲੱਗੀ ਮਹਾਰਾਜ ਹੋਰ ਕੀ ਚਾਹੀਦਾ ਮੈਨੂੰ, ਪੁੱਤ ਮੇਰਾ ਜਿਉਂਦਾ ਹੋ ਜਾਏ। ਮਹਾਰਾਜ ਜੋ ਸੇਵਾ ਕਹੋਗੇ ਉਹੀ ਕਰਨ ਲਈ ਤਿਆਰ ਆ, ਕਿਰਪਾ ਕਰੋ ਮੇਰਾ ਪੁੱਤ ਜਿਉਂਦਾ ਕਰ ਦਿਓ। ਮਹਾਰਾਜ ਕਹਿਣ ਲੱਗੇ ਲਓ ਫਿਰ ਇੱਕੋ ਹੀ ਤਰੀਕਾ ਹੈ, ਮਾਂ ਜੇ ਤੈਨੂੰ ਸਾਰਿਆਂ ਨਾਲੋਂ ਵੱਧ ਤੈਨੂੰ ਆ ਪੁੱਤਰ ਪਿਆਰਾ, ਇਉਂ ਕਰ ਫਿਰ ਇਹਦੀ ਥਾਂ ਤੇ ਤੂੰ ਚਲੀ ਜਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਦੀ ਥਾਂ ਤੇ ਤੂੰ ਚਲੀ ਜਾ, ਇਹਨੂੰ ਤੇਰੇ ਪੁੱਤ ਨੂੰ ਜਿਉਂਦਾ ਕਰ ਦਿੰਨੇ ਆ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ, ਕਿਧਰੇ ਗਿਆ ਮੋਹ, ਕਿਧਰੇ ਗਿਆ ਪਿਆਰ ਆਪਦੇ ਪੁੱਤ ਦਾ। ਮਹਾਰਾਜ ਇਹ ਕੰਮ ਨਹੀਂ ਹੋ ਸਕਦਾ, ਇਹ ਕੰਮ ਨਹੀਂ ਹੋ ਸਕਦਾ। ਜਾਣ ਵਾਲਾ ਚਲਿਆ ਗਿਆ, ਰੱਬ ਨੂੰ ਮਨਜ਼ੂਰ ਹੋਊਗਾ ਕੋਈ ਗੱਲ ਨਹੀਂ, ਹੋਰ ਪੁੱਤਰ ਦੀ ਦਾਤ ਮਿਲ ਜੂ। ਐਵੇਂ ਨਹੀਂ ਮਹਾਰਾਜ ਜੀ ਨੇ ਕਿਹਾ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰੇ ਸੰਗ ਸਹਾਈ। ਇੱਥੇ ਦਾ ਚੰਗੇ ਭਲਿਆਂ ਨੂੰ ਛੱਡ ਕੇ ਚਲੇ ਜਾਣਾ। ਤਾਂ ਸਾਧ ਸੰਗਤ ਮਾਤਾ ਕਹਿਣ ਲੱਗੀ ਮਹਾਰਾਜ ਇਹ ਕੰਮ ਨਹੀਂ ਹੋ ਸਕਦਾ, ਕੋਈ ਗੱਲ ਨਹੀਂ, ਮੈਂ ਇਹਦੀ ਥਾਂ ਤੇ ਨਹੀਂ ਜਾ ਸਕਦੀ। ਚਾਣ ਵਾਲਾ ਚੱਲਿਆ ਗਿਆ, ਰੱਬ ਨੂੰ ਮਨਜ਼ੂਰ ਹੋ ਕੋਈ ਗੱਲ ਨਹੀਂ, ਹੋਰ ਆਜੋ ਪੁੱਤਰ ਦੀ ਦਾਤ ਹੋਰ ਮਿਲ ਜਾਓ। ਇਸੇ ਤਰ੍ਹਾਂ ਮਹਾਰਾਜ ਆਖਦੇ ਨੇ ਸਾਧ ਸੰਗਤ
ਇਹ ਤਿੰਨੇ ਚੀਜ਼ਾਂ ਸਾਡੇ ਸਰੀਰ ਦੇ ਸਾਡੀ ਅੱਖਾਂ ਦੇ ਮੂਹਰੇ ਹੋ ਰਹੀਆਂ ਨੇ। ਮਹਾਰਾਜ ਕਹਿੰਦੇ ਉਪਜੈ ਨਿਪਜ ਸਮਾਈ। ਇਹ ਤਿੰਨੇ ਚੀਜ਼ਾਂ ਸਾਡੀਆਂ ਅੱਖਾਂ ਦੇ ਮੂਹਰੇ ਹੋ ਰਹੀਆਂ ਨੇ। ਸਰੀਰ ਪੈਦਾ ਹੁੰਦਾ ਹੈ ਸਾਡੀਆਂ ਅੱਖਾਂ ਦੇ ਮੂਹਰੇ। ਨਿਪਜ ਕਹੀਏ ਨਿਰਵਾਣ ਹੋਣਾ, ਡਿਵੈਲਪ ਹੋਣਾ। ਸਾਡੇ ਸਰੀਰ ਅੱਖਾਂ ਦੇ ਮੂਹਰੇ ਸਾਡੇ ਉਹ ਵੱਡਾ ਹੁੰਦਾ, ਪਾਲਿਆ ਜਾਂਦਾ ਹੈ। ਉਪਜੈ ਨਿਪਜ ਸਮਾਈ। ਸਮਾਈ ਕਹੀਏ ਸਾਧ ਸੰਗਤ ਸਾਡੀਆਂ ਅੱਖਾਂ ਦੇ ਮੂਹਰੇ ਕਿੰਨਾ ਹੀ ਜੱਗ, ਕਿੰਨਾ ਹੀ ਸੰਸਾਰ ਤੁਰਿਆ ਜਾਂਦਾ ਹੈ। ਉਪਜੈ ਨਿਪਜ ਸਮਾਈ, ਨੈਣੈ ਦੇਖਤ ਇਹ ਜਗ ਜਾਏ। ਇਹ ਅੱਖਾਂ ਦੇ ਦੇਖਦਿਆਂ ਮਹਾਰਾਜ ਕਹਿੰਦੇ ਕਿੰਨੇ ਹੀ ਹੋ ਕੇ ਚਲੇ ਗਏ। ਕਿੰਨੇ ਸਰੀਰ ਵੱਡੇ ਰਾਜੇ ਮਹਾਰਾਜੇ ਹੋ ਕੇ ਚਲੇ ਗਏ। ਰਾਵਣ ਵਰਗੇ ਵੱਡੇ ਦੁਰਯੋਧਨ ਵਰਗੇ ਵੱਡੇ ਮਾਇਆ ਧਾਰੀ ਹੋ ਕੇ ਚਲੇ ਗਏ। ਸਰੀਰ ਕਰਕੇ ਹਰ ਇੱਕ ਪੀਰ ਪੈਗੰਬਰ ਨੂੰ ਵੀ ਜਾਣਾ ਪੈਂਦਾ ਹੈ। ਮਹਾਰਾਜ ਕਹਿੰਦੇ ਇਹ ਤਿੰਨ ਚੀਜ਼ਾਂ ਸਾਡੇ ਅੱਖਾਂ ਦੇ ਮੂਹਰੇ ਹੁੰਦੀਆਂ ਨੇ। ਕਿਹੜੀਆਂ ਪੜੋ ਪ੍ਰੇਮ ਨਾਲ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਮੇਲਾ ਬੰਦਿਆ ਕੋਈ ਰੋਜ਼ ਦਾ ਰਿਹਾ ਨਿਤ ਨਾ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਮੇਲਾ ਬੰਦਿਆ ਕੋਈ ਰੋਜ਼ ਦਾ ਰਿਹਾ ਨਿਤ ਨਾ। रेहा नित ना जागत उत्ते कोई, बड़े होए जागते जिन्ना काल। जिन्ना काल सी पावे दे नाल बन्निया, वो लद गए निराण वर्गे जिन्ना काल सी पावे दे नाल बन्ने, रेहा ना निशान जग ते ओ लख पुत्र। ओ लख पुत्र सवा लख पोता, लख पुत्र सवा लख पोता। ना निशान जग ते ओ खाक उठ गई। खाक उड़ गई बरोले बन के, ओ सोने दिया मंदिरां दी ओ पईए रथां ते। रथां ते समुंदर बनाउंदे सी, पईए रथां ते समुंदर बनाउंदे सी। ओ मान ताते जेहे नारे ओ जिन्ना उडना। जिन्ना उडन खड़ोलियां ते बैठ के, सिद्धे मारे तीर रब नूं नाम ना। अज नाम ना उन्हां दा कोई जाने, सुपने दे वांग भुल गए सोना जुसव। सोना जुसवसी पुत्र जमूंदा, मुल पिया सूट दी अटी इन्ने चल गए।
ਚੱਲ ਗਏ ਅਸਾਂ ਵੀ ਤੁਰ ਜਾਣਾ, ਰਹਿਣਾ ਨਹੀਂ ਉਹ ਸਦਾ ਜਗ ਤੇ, ਉਹ ਇੰਨੇ ਚੱਲ ਗਏ। ਇੰਨੇ ਚੱਲ ਗਏ ਅਸਾਂ ਵੀ ਤੁਰ ਜਾਣਾ, ਪਿਆਰਿਓ ਨਾ ਫੇਰ ਜਗ ਤੇ ਆਵਣਾ, ਆਵਣਾ ਇੱਕ ਦਿਨ ਦੁਨੀਆ ਨੂੰ ਛੱਡ ਜਾਵਣਾ। ਮਹਾਰਾਜ ਕਹਿੰਦੇ ਇੰਨੇ ਹੋ ਕੇ ਚਲੇ ਗਏ, ਵੱਡੇ ਵੱਡੇ ਰਾਵਣ ਵਰਗੇ ਜਿਨ੍ਹਾਂ ਦਾ 1.25 ਲੱਖ ਪੁੱਤਰ ਦੇ 1.25 ਲੱਖ ਪੋਤਰਾ ਰਿਹਾ ਨਾ ਨਿਸ਼ਾਨ ਜਗ ਤੇ ਸਾਧ ਸੰਗਤ ਅੱਜ ਦੀਵਾ ਬੱਤੀ ਜਲਾਉਣ ਵਾਲਾ ਉਹਦੇ ਘਰ ਨਹੀਂ। ਮਹਾਰਾਜ ਕਹਿੰਦੇ ਨੇ ਵੱਡੇ ਵੱਡੇ ਸਾਡੇ ਅੱਖਾਂ ਮੂਹਰੇ ਚਲੇ ਗਏ, ਉਪਜੈ ਨਿਪਜੈ ਨਿਪਜ ਸਮਾਈ, ਨੈਣੈ ਦੇਖਤ ਇਹੋ ਜਗ ਜਾਈ। ਮਹਾਰਾਜ ਫਿਰ ਅਗਲੀ ਪੰਕਤੀ ਬੜੇ ਕੈੜੇ ਜੇ ਬੋਲ ਨਾਲ ਆਖਦੇ ਨੇ, ਮਹਾਰਾਜ ਕਹਿੰਦੇ ਲਾਜ ਨਾ ਮਰੋ, ਲਾਜ ਨਾ ਮਰੋ ਕਹੋ ਘਰ ਮੇਰਾ। ਕਹਿੰਦੇ ਤੇਰੇ ਸਾਹਮਣੇ ਇੰਨੇ ਵੱਡੇ ਵੱਡੇ ਦੁਨੀਆਦਾਰ, ਇੰਨੇ ਵੱਡੇ ਵੱਡੇ ਧਨਾੜ ਹੋ ਕੇ ਚਲੇ ਗਏ, ਤੇ ਮਹਾਰਾਜ ਕਹਿੰਦੇ ਤੂੰ ਲਾਜ ਨਾਲ ਮਰ ਕਿਉਂ ਨਹੀਂ ਜਾਂਦਾ, ਲਾਜ ਨਾ ਮਰੋ ਕਹੋ ਘਰ ਮੇਰਾ। ਇੰਨੇ ਵੱਡੇ ਵੱਡੇ ਇਹਨਾਂ ਸ੍ਰਿਸ਼ਟੀ ਨੂੰ ਛੱਡ ਕੇ ਚਲੇ ਗਏ, ਤੂੰ ਹੁਣ ਫੇਰ ਮੇਰੀ ਮੇਰੀ ਕਰਦਾ ਫਿਰਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਲਾਜ ਨਾ ਮਰੋ ਕਹੋ ਘਰ ਮੇਰਾ। ਮਹਾਰਾਜ ਕਹਿੰਦੇ ਸ਼ਰਮ ਨਾਲ ਮਰ ਕਿਉਂ ਨਹੀਂ ਜਾਂਦਾ, ਇੰਨੇ ਵੱਡੇ ਵੱਡੇ ਤੇਰੇ ਅੱਖਾਂ ਦੇ ਮੂਹਰੇ ਚਲੇ ਗਏ, ਲਾਜ ਨਾ ਮਰੋ ਕਹੋ ਘਰ ਮੇਰਾ। ਮਹਾਰਾਜ ਕਹਿੰਦੇ ਅੰਤ ਕੀ ਵਾਰ ਕੋਈ ਨਹੀਂ ਤੇਰਾ। ਮਹਾਰਾਜ ਕਹਿੰਦੇ ਅੰਤ ਦੇ ਸਮੇਂ ਤੇਰਾ ਕੋਈ ਸੰਗੀ ਸਾਥੀ ਨਹੀਂ। ਮਾਂ ਕਹਿਣ ਲੱਗੀ ਮਹਾਰਾਜ ਕੋਈ ਗੱਲ ਨਹੀਂ, ਜੇ ਪਰਮੇਸ਼ਰ ਨੂੰ ਰਾਜੀ ਹੋ ਤਾਂ ਕੋਈ ਗੱਲ ਨਹੀਂ, ਤਾਂ ਪੁੱਤਰ ਦੀ ਦਾਤ ਹੋਰ ਮਿਲ ਜਾਊ। ਤੇ ਸਾਧ ਸੰਗਤ ਫਿਰ ਉੱਥੇ ਉਵੇਂ ਹੀ ਛੱਡ ਕੇ ਸਾਰੀ ਚਲੇ ਗਏ, ਉਸ ਉਵੇਂ ਤਰ੍ਹਾਂ ਪੁੱਤਰ ਨੂੰ ਛੱਡ ਕੇ ਚਲੇ ਗਏ। ਜਾਵੀਏ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਸਾਰਿਆਂ ਨਾਲੋਂ ਵੱਧ ਸਾਧ ਸੰਗਤ ਇਸ ਦੁਨੀਆ ਤੇ ਬੰਦੇ ਦੇ ਆਪਣੇ ਜੀਵਨ ਸਾਥੀਆਂ ਦਾ ਸਾਰਿਆਂ ਨਾਲੋਂ ਵੱਧ ਪ੍ਰੇਮ ਹੋਇਆ ਕਰਦਾ, ਪਰ ਮਹਾਰਾਜ ਕਹਿੰਦੇ ਉਹ ਵੀ ਅੰਤ ਦੀ ਵਾਰ ਨੂੰ ਛੱਡ ਕੇ ਚਲੇ ਜਾਂਦੇ ਨੇ। ਇੱਥੇ ਹੀ ਆਪਾਂ ਹੁਣ ਆਪਣੇ ਅੱਖਾਂ ਦੇ ਸਾਹਮਣੇ ਹੁੰਦਾ, ਹੱਥੀਂ ਆਪਣੇ ਕਿਰਿਆ ਰੋਜ਼ ਕਰਦੇ ਆ ਕੋਈ ਨਾ ਕੋਈ। ਕਿੰਨੇ ਸੰਸਕਾਰ ਆਪਾਂ ਆਪਦੇ ਹੱਥੀਂ ਕਰਵਾਏ ਨੇ ਤੁਸੀਂ। ਕਿਉਂ ਗੁਰਬਾਣੀ ਅੰਦਰ ਆਖਿਆ ਗਿਆ ਜਾਵੀਏ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਮਹਾਰਾਜ ਕਹਿੰਦੇ ਜਦੋਂ ਆਪਦੇ ਅੱਖਾਂ ਦੇ ਮੂਹਰੇ ਆਪਾਂ ਵੇਖਦੇ ਆ ਕੋਈ ਚੜ੍ਹਾਈ ਕਰ ਜੇ ਨਾ ਸਰੀਰ, ਕੋਈ ਮਾਈ ਜਿਹੜੀ ਉਹ ਸਿਰੇ ਤੱਕ ਨਹੀਂ ਜਾਂਦੀ, ਕੋਈ ਮਾਤਾ ਜਿਹੜੀ ਸਿਰੇ ਤੱਕ ਸਿਵਿਆਂ ਤੱਕ ਨਹੀਂ ਜਾਏਗੀ। ਐਵੇਂ ਨਹੀਂ, ਮਹਾਰਾਜ ਗੁਰਬਾਣੀ 3 ਕਾਲ 7 ਹੈ। ਕੋਈ ਸਿਵਿਆਂ ਤੱਕ ਕੋਈ ਮਾਤਾ ਨਹੀਂ ਜਾਂਦੀ। ਮਹਾਰਾਜ ਕਹਿੰਦੇ ਦੇਹੁਰੀ ਬੈਠੀ ਮਾਤਾ ਰੋਵੇ ਖਟਿਆ ਲੈ ਗਏ, ਲੱਟ ਛਟਕਾਏ ਤਰੀਆ ਰੋਵੇ ਹੰਸ ਅਕੇਲਾ ਜਾਈ। ਉੱਥੇ ਤਾਂ ਇਕੱਲੇ ਨਹੀਂ ਜਾਣਾ। ਮਹਾਰਾਜ ਕਹਿੰਦੇ ਉਹ ਜਿਹੜੀ ਤੇਰੀ ਸਾਰਿਆਂ ਨਾਲੋਂ ਨੇੜੇ ਦਾ ਰਿਸ਼ਤਾ, ਮਹਾਰਾਜ ਕਹਿੰਦੇ ਉਹ ਵੀ ਸਿਵਿਆਂ ਤੱਕ ਨਹੀਂ, ਉਹ ਵੀ ਅੱਧ 'ਚ ਹੀ ਬਹਿ ਜਾਂਦੇ ਨੇ, ਅੱਗੇ ਤੁਸੀਂ ਲੈ ਜਾਓ। ਤੇ ਜਿਹੜੇ ਆਪਾਂ ਅੱਗੇ ਲੈ ਕੇ ਜਾਂਦੇ ਆ, ਆਪਾਂ ਕਿਹੜਾ ਘੱਟ ਕਰਦੇ ਆ। ਉੱਥੇ ਡੱਕਾ ਤੋੜ ਕੇ ਕਹਿ ਦਈਦਾ ਚਲੋ ਜੀ ਆਪਣੇ ਰਾਹ, ਅਸੀਂ ਵੀ ਪਿੱਛੇ ਨੂੰ ਮੁੜ ਚੱਲੇ ਆ। ਸਗੋਂ ਦੀ ਇੰਨਾ ਹੀ ਨਹੀਂ, ਫਿਰ ਸਾਧ ਸੰਗਤ ਗੁਰਬਾਣੀ 'ਚ ਆਖਦੇ ਆ ਇੰਨਾ ਹੀ ਨਹੀਂ ਵੀ ਡੱਕਾ ਤੋੜ ਕੇ ਵਾਪਸ ਆ ਜਾਈਦਾ, ਸਗੋਂ ਦੀ ਹੱਥ ਪੈਰ 5 ਇਸ਼ਨਾਨਾ ਕਰੀਦਾ, ਕਿਤੇ ਬਾਪੂ ਲੱਤਾਂ ਨਾਲ ਹੀ ਨਾ ਚਿੰਬੜਿਆ ਰਹਿ ਜੇ। ਆਖੋ ਸਤਨਾਮ। ਇੰਨਾ ਸਾਡੇ ਨਾਲ ਮਹਾਰਾਜ ਕਹਿੰਦੇ ਕਿਹਦਾ ਮਾਣ ਕਰਦਾ ਵੀ ਆਹ ਮੇਰੇ ਨੇ, ਆ ਧੀਆਂ ਮੇਰੀਆਂ ਨੇ, ਆ ਪੁੱਤਰ ਮੇਰੇ ਨੇ। ਮਹਾਰਾਜ ਕਹਿੰਦੇ ਕੋਈ ਨਹੀਂ ਕਿਸੇ ਦਾ। ਮਹਾਰਾਜ ਗੁਰਬਾਣੀ ਅੰਦਰ ਐਸਾ ਲਾਜ ਨਾ ਮਰੋ ਕਹੋ ਘਰ ਮੇਰਾ, ਗੁਰਬਾਣੀ ਐਸਾ ਫਰਮਾਨ ਕਰਦੀ ਹੈ। ਉਹ ਕੋਈ ਨਹੀਂ ਤੇਰਾ ਅੰਤ ਕੀ ਬਾਤ,
महाराज कहते एको ही परमेश्वर वाहिगुरु दा नाम सहाय करे। छड़ के चले गए उसे तरह ही, उसे तरह छड़ के चले जाते ने। साध संगत महाराज नूं कटक दी संगत कहन लगी, जिहड़े उडीकदे सी भी गुरु नानक पातशाह महाराज साडे नगर नूं भाग लाउण, प्रेम वाले कहन लगे महाराज ये पुत्र उन्हां दा नहीं सी, जे उन्हां दा हुंदा छड्ड के क्यों जांदे। महाराज ये पुत्र मरिया होया उन्हां दा नहीं सी, जे उन्हां दा हुंदा छड्ड के ना जांदे। किरपा करो ये पुत्र तुहाडा ही है, इहनूं जिउंदा कर दिओ। जदों छड्ड के चले गए, संगत की बेनती नूं मनदे होए महाराज भाई मरदाने नूं कहण लगे, मरदानिया मार जालदे छिट्टे। संगत अज भी वो गुरुद्वारा अस्थान सुशोभत है कटक दे विच, जिथे गुरु नानक पातशाह महाराज जी ने वो सेठां दा पुੱਤ जिउंदा कीता सी। आखो सतनाम शिवाय। वो निम अज भी सुशोभत है, जिस निम थले गुरु नानक पातशाह महाराज जी बैठे सी, वो सेठां दा पुੱਤਰ जिउंदा कीता। इसे तरह ही महाराज बार बार गुरबाणी अंदर आखदे ने, ये मोह दा हड़, ये तृष्णा दा हड़ साडे शरीर ते तिन्ने चीजां रोजाना आउंदियां ने। मोह दा हड़ साध संगत साडे शरीर उत्ते रोज आउंदा है। ये बाहरले हड़ां दी गल तां महाराज कहंदे कोई गल नहीं, थोड़े समय वास्ते आउंदे ने। ये तिन्ने चीजां तेरे शरीर ते रोज आउंदियां ने, इन्हां नूं सांभ। जिहड़ा मोह तूं अपने पुत्रां नाल करदा है, वो मोह परमेश्वर वाहिगुरू दे नाल भी कर। मोह किहनूं नहीं हुंदा, पहलां भी दस्सिया भी ये तिन्ने पंजे चीज़ां साडे शरीर चों पूरी तरह नहीं निकल सकदियां, पर महाराज कहंदे इन्हां तों काम की लैणा है, वो आपदी बुद्धि नाल सोच। जे मोह है, मोह तां गुरु नानक पातशाह महाराज जी नूं भी सी, गुरु गोबिंद सिंह महाराज जी नूं भी मोह सी अपने सिखां नाल। सरसा दी नदी तो किन्ने सिख शहीद, किन्ने दुखां दे विचों दी लंघदे गुरु गोबिंद सिंह महाराज चमकौर दी गढ़ी पहुंचदे ने ते सारी रात अपने सिखां दे पैर चुमदे ने, हाथ चुमदे ने। साध संगत ये मोही सी गुरु गोबिंद सिंह महाराज जी का। महाराजियां ने इउं नहीं आख्या भी घर बार छड्ड दे, अपने धियां पुत्रां नूं छड्ड दे किते दूर चलिया जा। गुरु नानक पातशाह महाराज जी तो पहला यही काम सी भी सारा कुछ घर बार छड्ड के जंगलों दे विच जाओ, उत्थे तपस्या करो। ये तो गुरु नानक पातशाह महाराज जी ने आके फिर दस्सिया, नहीं भाई रह घर दे विच रह, अपने धियां पुत्रां दे विच, पर धियां पुत्रां दे विच रहिंदिआं ओह परमेश्वर वाहिगुरू नूं याद रख। किते जाण दी लोड़ नहीं, किते जंगलां दे विच जाण दी लोड़ नहीं। इस घर दे विच अपने पुत्रां दे विच रहिंदा उस परमेश्वर नूं याद रख। साध संगत इसे तरह मोह गुरु नानक पातशाह महाराज जी नूं भी सी। जदों आपां जब्बलपुर जाइए ना, उत्थे भाई मरदाना रबाब सुट के चलिया, कहन लग्या जा गुरु नानक महाराज मैं नहीं अज तो बाद तेरे नाल तुरना, तू तां मैनूं भुखा ही मार देगा। नगर आउंदा उत्थे कहना बई इत्थे नहीं रुकना, जंगलां दे विच लिया देना, इत्थे खाण नूं की है। रबाब सुट के कहंदा मैं चलिया। मोह दी गल है, मोह गुरु नानक पातशाह महाराज नूं किवें सी। रबाब सुट के चलिया गया। रबाब भाई मरदाना कहन लग्या महाराज मेरी नहीं बनी तेरे नाल, तू तां भुखा मार देगा। नगर आउंदा कहना इत्थे रुकना नहीं, जदों जंगलां दे विच कहना भी इत्थे बैठ के कीर्तन कर, रबाब वजा। महाराज सारा कुछ जान ही जान सन। महाराज कहन लगे मरदानिया रहन दे, घना जंगल है, सुन सरा पई है, कला ना जा, इस कले दा तुरन इत्थे तेरा संभव नहीं, ना जा तू। नहीं महाराज मैं तो चलिया, तेरी मेरे नाल मेरी तेरे नाल नहीं निभनी, तू तां भुखा मार देगा। रबाब सुट के चलिया गया। महाराज
भाई बाला जी कहन लगे महाराज कोई गल नहीं, जांदा जान दो। नहीं महाराज कहन लगे तेनू नहीं पता ये घना जंगल है। साध संगत जो चलिया गया ना, जिथे अज गुरुद्वारा मड़ा ताल बनया होया है, एक पासे मड़ियां सी ते नाल ही एक टोबा या तलाब जिहा सी, जिथे मड़ा ताल गुरुद्वारा अज सुशोभित है। उत्थे कौडा राजसूर जी का नाम इतिहास में आया, वो रहिंदा सी। ते साध संगत कोल ही मड़ियां सी, मड़ा ताल, मड़ा कहिए मड़ियां नूं ताल, सरोवर सी, तलाब जिहा बनया होया। मड़ियां दे विचों पुट पुट के लाशां नूं साध संगत ਉਹਦੇ ਵਿੱਚ ਕੜਾਈਆਂ ਦੇ ਵਿੱਚ ਉਬਾਲ ਸਿੱਟ ਕੇ ਉਹਨਾਂ ਨੂੰ ਖਾਂਦਾ ਹੁੰਦਾ ਸੀ ਕੌਡਾ ਰਾਖਸ਼। ਜਦੋਂ ਸਾਧ ਸੰਗਤ ਤੇ ਭਾਈ ਮਰਦਾਨਾ ਪਹੁੰਚਿਆ, ਬੰਨ ਲਿਆ ਇਹਨੂੰ। ਮਹਾਰਾਜ ਜੀ ਨੇ ਪਹਿਲਾਂ ਹੀ ਕਿਹਾ ਸੀ ਮਰਦਾਨਿਆ ਨਾ ਜਾ, ਕੱਲਾ ਤੁਰਨ ਦਾ ਇੱਥੇ ਤੇਰਾ ਕੰਮ ਨਹੀਂ, ਨਾ ਜਾ, ਕੋਈ ਗੱਲ ਨਹੀਂ। ਜਦ ਬਚਨ ਹੀ ਨਹੀਂ ਮੰਨਿਆ, ਮੈਂ ਭਾਈ ਬਾਲਾ ਕਹਿਣ ਲੱਗਿਆ ਮਹਾਰਾਜ ਤੁਸੀਂ ਤਾਂ ਕਿਹਾ, ਹੁਣ ਜਦ ਬਚਨ ਹੀ ਨਹੀਂ ਮੰਨਦਾ ਜਾਣ ਦਿਓ ਜਿੱਥੇ ਜਾਂਦਾ। चलिया गया साध संगत, भाई मरदाने कौडे राजसूर ने बन लिया। उधरों गुरु नानक पातशाह महाराज जी ने पता लग गया भी तो भाना तो यदा बीत गया। भाई बाले नूं कहन लगे बालिया मरदाने नूं तां बन लिया कौडे राजसूर ने, इत्थे राजसूर रहिंदा है ते महाराज जान दो, जा तुहाडा वचन तां मन्निया नहीं, हुण क्यों बचाउणा है? हुण महाराज कहन लगे ना ना बालिया। फिर उत्थे भाई संतोख सिंह जी चूड़ामणी ने कह दिता, लिखिया सूरज प्रकाश ग्रंथ विच गुरु नानक पातशाह महाराज जी ने ऐसे वचन कीते, बालिया प्रथम मौको तास्यों है काजा। एक तां आपां नूं ओहदे ताईं काम है, तां ओहनूं बचाउणा है। महाराज की काम है? हले बड़ी दुनिया नूं तारना है, उतों रबाब दा कीर्तन कराउणा है रबाब नाल, इस करके उन्होंने बचाना पैना। प्रथम मौको तास्यों है काजा। बालिया एक तां उतों कीर्तन कराउणा आपां नूं ओहदे तक काम है। दूजा महाराज कहंदे दूजा बांह फड़े की लाजा। बालिया जदों घर तो मैं इहनूं लैके आया सी ना, बांह फड़ के लैके आया सी, बांह फड़ के ओदी बांह फड़ी दी लाज रखनी पैनी है। आखो सतनाम श्री वाहिगुरू। ये मोह सी गुरु नानक पातशाह महाराज जी का भाई मरदाने नाल। साध संगत गुरु नानक पातशाह महाराज जी तुर पे जिथे कौडा राक्षस। हुण वेखदे महाराज जी वेखदे ने कड़ाहा गर्म है, तेल तत्ता करी बैठा है, भाई मरदाने नूं बन्नी बैठा है। गुरु नानक पातशाह महाराज जी कौडे राज नूं देखदे सी, पर उहनूं गुरु नानक पातशाह महाराज दर्शन नहीं सी। भाई बाला जी नूं देख रहा है ते साध संगत जदों लग्या वो तो बड़ा खुश सी। जदों देखदा ना ਉਹਦੇ मन च बड़ा आनंद सी। कहन लग्या भी अगे तां मड़ियां दे विचों पुट के खाई दा लाशां, मरिया होइयां नूं खाना, जिउंदा तां अज ही मिलिया। आखो सतनाम श्री वाहिगुरू। जिउंदा तां अज ही मिलिया, बड़ा खुश। जदों गुरु नानक पातशाह महाराज जी ने वेख्या कड़ाहा तेल तत्ता गर्म उवाले मारदा ते साध संगत लग्या भाई मरदाने नूं सिੱਟਣ विच। भाई बाला कहन लग्या महाराज हुण आए भी हो, बचा लो, तां सिੱਟਣ लग्या। महाराज आए भी हो ना आए, जे आया का फायदा ना होया उन्होंने सुट्टता ਉਹਦੇ ਵਿੱਚ फिर भी कोई फायदा नहीं आएगा। महाराज आए हो बचा लो, किरपा करो। ते साध संगत महाराज तो सारा कुछ देखते सी। जदों ਉਹਦੇ ਵਿੱਚ ਸਿੱਟਿਆ तपदे कड़ाहे दे विच, साध संगत ਉਹ तपदा कड़ाहा उवाले मारदा तेल इउं ठंडा महसूस होवे जिवें बर्फ की सिल दे उत्ते पिया होवे। महाराज कहंदे तपत कड़ाहा बुझ गया गुर शीतल नाम दियो। साध संगत तपदे कड़ाहे महाराज जी ने ठंडे कर दिए। ये किते अखां दे मूहरे साध संगत जेड़ा इतिहास साडा सिखां दा इतिहास इहो जिहा है, जेड़ी गल लिखी गई है वो हाजर नाल हाजर भी देखी जा सकती है। कोई शंके वाली गल नहीं। जे महाराजा ने रीठे मिठे किते लिखिया होया इतिहास विच तां अज भी चले जाओ, अज भी रीठे मिठे ने। इसे तरह कहण कहाउण दीआं गल्लां नहीं, जे इतिहास साडा इहो जिहा है। ते साध संगत गुरु नानक पातशाह महाराज तपदा कड़ा ठंडा कर दिता।
ਤਪ ਤਮਾਹੇ ਠੰਡ ਵਰਤਾਈ। ਐਸੇ ਗੁਰਬਾਣੀ ਦੇ ਬਚਨ ਤੇ ਸਾਧ ਸੰਗਤ ਇਉਂ ਜਾਪੇ ਬਈ ਜਿਵੇਂ ਠੰਡਾ ਐਨ ਬਰਫ਼ ਵਰਗਾ ਪਾਣੀ ਉਹਦੇ ਵਿੱਚ ਭਾਈ ਮਰਦਾਨੇ ਨੂੰ ਮੋਹ ਦੀ ਗੱਲ ਚੱਲੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਫਿਰ ਭਾਈ ਮਰਦਾਨਾ ਜੀ ਨਾਲ ਇੰਨਾ ਮੋਹ ਸੀ, ਮਹਾਰਾਜ ਜੀ ਨੇ ਉੱਥੇ ਮੌਤ ਦੇ ਮੂੰਹੋਂ ਵੀ ਉਹਨੂੰ ਬਚਾਇਆ। ਮੌਤ ਦੇ ਮੂੰਹੋਂ ਵੀ ਬਚਾ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਤੇ ਫਿਰ ਸਾਧ ਸੰਗਤ ਜਦੋਂ ਦੇਖਿਆ ਵੀ ਹੁਣ ਤਾਂ ਵਾਲਾ ਮਾਰਦਾ ਸੀ, ਕੌਡਾ ਰਾਖਸ਼ ਦੇਖਦਾ ਵੀ ਏਡੀ ਛੇਤੀ ਠੰਡਾ ਕਿਵੇਂ ਹੋ ਗਿਆ। ਫਿਰ ਵੇਖਦਾ ਆਲੇ ਦੁਆਲੇ ਭਮਤਰਿਆ ਜਿਹਾ। ਫਿਰ ਇਹਨੂੰ ਪਹਿਲਾਂ ਤਾਂ ਨਹੀਂ ਮਹਾਰਾਜ ਜੀ ਦੇ ਦਰਸ਼ਨ ਹੋਏ, ਜਦੋਂ ਵੇਖਿਆ ਆਲੇ ਦੁਆਲੇ ਤੇ ਸਾਧ ਸੰਗਤ ਗੁਰੂ ਨਾਨਕ ਮਹਾਰਾਜ ਦਰਸ਼ਨ ਹੋਏ, ਭੱਜਿਆ ਆਵੇ ਆ ਕੇ ਫਿਰ ਮਹਾਰਾਜ ਜੀ ਦੇ ਚਰਨਾਂ ਤੇ ਟਿਕਿਆ। ਮਾਂ ਕੌਣ ਹੋ ਤੁਸੀਂ? ਇਹ ਕੌਡਾ ਰਾਖਸ਼ ਇਉਂ ਨਹੀਂ ਸੀ ਬਣਿਆ, ਇਹਨੂੰ ਸ਼ਰਾਪਿਆ ਹੋਇਆ ਸੀ। ਸ਼ਰਾਪ ਕਿਵੇਂ ਮਿਲਿਆ ਸੀ? ਜਿਸ ਗੁਰੂ ਕੋਲ ਇਹ ਪੜ੍ਹਦਾ ਸੀ, ਵਿਦਿਆ ਪੜ੍ਹੀ ਇਹਨੇ ਤੇ ਸਾਧ ਸੰਗਤ ਇੱਕ ਦਿਨ ਉਹ ਗੁਰੂ ਇਹਦੇ ਕੋਲ ਆਇਆ। ਜਦੋਂ ਉਹ ਗੁਰੂ ਜਿਸ ਕੋਲੋਂ ਇਹਨੇ ਵਿਦਿਆ ਪ੍ਰਾਪਤ ਕੀਤੀ ਸੀ ਉਹ ਗੁਰੂ ਇਹਦੇ ਕੋਲ ਆਇਆ, ਇਹਨੇ ਉਹਦਾ ਆਦਰ ਨਾ ਕੀਤਾ, ਬੈਠਾ ਰਿਹਾ। ਕੌਡਾ ਰਾਖਸ਼ ਬੈਠਾ ਰਿਹਾ, ਉਹਦਾ ਆਦਰ ਨਾ ਕੀਤਾ ਤੇ ਸਾਧ ਸੰਗਤ ਉਹਨੇ ਫਿਰ ਸ਼ਰਾਪ ਦਿੱਤਾ ਸੀ, ਜਾ ਤੂੰ ਆਪਣੇ ਗੁਰੂ ਦੀ ਅਪਮਾਨ ਕੀਤਾ, ਵਿਦਿਆ ਜਿਹਨੇ ਤੈਨੂੰ ਸਿਖਾਈ ਤੂੰ ਉਹਦਾ ਅਪਮਾਨ ਕੀਤਾ, ਆਪਣੇ ਗੁਰੂ ਦਾ ਅਪਮਾਨ ਕੀਤਾ, ਜਾ ਅਗਲੀ ਜੂਨੀ ਤੈਨੂੰ ਰਾਖਸ਼ਾਂ ਨੂੰ ਮਿਲੂ। ਤਾਂ ਇਹ ਕੌਡਾ ਰਾਖਸ਼ ਬਣਿਆ ਸੀ। ਸਾਧ ਸੰਗਤ ਆਪਾਂ ਵੀ ਸੋਚੀਏ ਮਨਾਂ ਦੇ ਵਿੱਚ, ਅਸੀਂ ਵੀ ਗੁਰੂ ਦਾ ਸਤਿਕਾਰ ਕਰਦੇ ਆਂ, ਗੁਰੂ ਨੂੰ ਮੰਨਦੇ ਆਂ, ਕਿਤੇ ਆਪਣੀ ਤਾਂ ਨਹੀਂ ਅਗਲੀ ਜੂਨੀ ਉਹੀ ਤਿਆਰ ਕਿਤੇ ਰਾਖਸ਼ਾਂ ਵਾਲੀ। ਅਸੀਂ ਵੀ ਗੁਰੂ ਨੂੰ ਮੰਨਦੇ ਆਂ ਜਿਹਨੇ ਸਾਨੂੰ ਆ ਸਾਰਾ ਕੁਝ ਸੋ ਕਿਉਂ ਵਿਸਰੈ ਜਿਨ ਸਭ ਕੁਛ ਦਿਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਮਹਾਰਾਜ ਕਹਿੰਦੇ ਜਿਹਨੂੰ ਜੀਵਨ ਦਿੱਤਾ, ਆ ਸਾਰਾ ਕੁਝ ਦਿੱਤਾ, ਤੈਨੂੰ ਕਿਉਂ ਭੁਲਾਈ ਬੈਠਾ, ਉਹਨੂੰ ਮਨ ਦੇ ਵਿੱਚ ਕਿਉਂ ਵਿਸਾਰੀ ਬੈਠਾ। ਮਹਾਰਾਜ ਕਹਿੰਦੇ ਫਿਰ ਉਹ ਤੈਨੂੰ ਸਮਾਂ ਯਾਦ ਨਹੀਂ ਜਦੋਂ ਅਰਦਾਸਾਂ ਕਰਦਾ ਸੀ, ਮੁਖ ਤਲੇ ਪੈ ਰੂਪ ਰਹਿ ਵਸੰਦੜੋ ਕੌਥੜੇ ਥਾਏ, ਨਾਨਕ ਸੋ ਧਣੀ ਕਿਉਂ ਵਸਾਰੀ। ਕਿਉਂ ਵਸਾਰੀ ਬੈਠਾ ਜਿਹਨੇ ਤੈਨੂੰ ਮਾਤਾ ਦੇ ਉਦਰ ਵਿੱਚ ਵੀ ਸਾਧ ਸੰਗਤ ਤੈਨੂੰ ਪਾਲਣਾ ਪੋਸ਼ਣਾ ਕੀਤੀ, ਤੈਨੂੰ ਉੱਥੇ ਵੀ ਹੱਥ ਦੇ ਕੇ ਰੱਖਿਆ। ਕਿਉਂ ਵਸਾਰੀ ਬੈਠਾ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨ ਵਸਾਰੀ ਹੈ। ਕਿਉਂ ਉਹਨੂੰ ਮਨ ਦੇ ਵਿੱਚ ਭੁਲਾਈ ਬੈਠਾ, ਕਿਉਂ ਤੈਨੂੰ ਉਹ ਦਿਨ ਭੁੱਲ ਗਏ। ਰਾੜਾ ਸਾਹਿਬ ਵਾਲੇ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਪ੍ਰੇਮ ਨਾਲ ਆ ਧਾਰਨਾ ਪੜਿਆ ਕਰਦੇ, ਪੜੋ ਪ੍ਰੇਮ ਨਾਲ। ਜਦੋਂ ਪੁੱਠਾ ਲੰਘਦਾ ਸੈਂ ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ। ਪੁੱਠਾ ਲੰਘਦਾ ਸੈਂ ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ। ਪੁੱਠਾ ਲੰਘਦਾ ਜਦੋਂ ਪੁੱਠਾ ਲੰਘਦਾ ਸੈਂ ਉਹ ਦਿਨ ਭੁੱਲ ਗਏ, ਉਹ ਦਿਨ ਪੁੱਠਾ ਲੰਘਦਾ ਸੈਂ ਉਹ ਦਿਨ ਭੁੱਲ ਗਏ। ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ। ਜਦੋਂ ਪੁੱਠਾ ਲੰਘਦਾ ਸੈਂ ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ। ਪੁੱਠਾ ਲੰਘਦਾ ਸੈਂ ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ। ਪੁੱਠਾ ਲੰਘਦਾ ਸੈਂ ਉਹ ਦਿਨ ਭੁੱਲ ਗਏ, ਉਹ ਦਿਨ ਪੁੱਠਾ ਲੰਘਦਾ ਸੈਂ ਉਹ ਦਿਨ ਭੁੱਲ ਗਏ। ਕਿਉਂ ਤੈਨੂੰ ਉਹ ਦਿਨ ਭੁੱਲ ਗਏ? ਮਹਾਰਾਜ ਕਹਿੰਦੇ ਜਦੋਂ ਮੁਖ ਤਲੇ ਪੈਰ ਉੱਪਰ, ਤੇਰਾ ਸਿਰ ਹੇਠਾਂ ਨੂੰ ਸੀ, ਲੱਤਾਂ ਉੱਪਰ, ਮਾਤਾ ਦੇ ਗਰਭ ਵਿੱਚ ਅਰਦਾਸਾਂ ਜੋਦੜੀਆਂ ਕਰਦਾ ਪਿਆ ਸੀ, ਮਹਾਰਾਜ ਮੈਨੂੰ ਇਸ ਕੁੰਭੀ ਨਰਕ ਵਿੱਚੋਂ ਕੱਢ ਲੈ, ਮੈਂ ਤੇਰਾ ਨਾਮ ਜਪੂੰਗਾ। ਇੱਕ ਬਚਨ ਯਾਦ ਆਇਆ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਮਹਾਂਪੁਰਖਾਂ ਦਾ, ਉਹ ਸੁਣਾ ਕੇ ਫਿਰ ਮੈਂ ਸਮਾਪਤੀ ਕਰਦਾ।
ਬਾਬਾ ਅਤਰ ਸਿੰਘ ਜੀ ਮਸਤੂਆਂ ਵਾਲੇ ਮਹਾਂਪੁਰਖ ਜੋਗੇ ਰੱਲੇ ਦੀ ਇਸ ਨਗਰਾਂ ਦੇ ਵਿੱਚ ਤੁਰੇ ਜਾ ਰਹੇ ਨੇ। ਤੇ ਸਾਧ ਸੰਗਤ ਪਹਿਲਿਆਂ ਸਮੇਂ ਵਿੱਚ ਇਹੀ ਹੁੰਦਾ ਸੀ, ਜਦੋਂ ਕੋਈ ਖੇਤ ਬੰਨੇ ਕੋਈ ਕਿਸਾਨ ਕੰਮ ਕਰਦਾ ਤਾਂ ਬੋਲੀਆਂ ਪਾ ਪਾ ਕੇ ਨਾਲ ਦੀ ਮੂੰਹੋਂ ਜ਼ੁਬਾਨ ਦੇ ਵਿੱਚੋਂ ਗੰਦੀਆਂ ਬੋਲੀਆਂ ਪਹਿਲੇ ਸਮਿਆਂ 'ਚ ਪਾਈਆਂ ਜਾਂਦੀਆਂ। ਤਾਂ ਹੀ ਉਦੋਂ ਤੋਂ ਹੀ ਸੰਤ ਅਤਰ ਸਿੰਘ ਜੀਆਂ ਨੇ ਇਹ ਧਾਰਨਾ ਵਾਲਾ ਸਿੱਧੀਆਂ ਧਾਰਨਾ ਜਿਹੜੀਆਂ ਹਰ ਇੱਕ ਦੇ ਸਮਝ ਆਉਣ ਵਾਲੀਆਂ ਉਦੋਂ ਤੋਂ ਕੀਰਤਨ ਸ਼ੁਰੂ ਕੀਤਾ ਸੀ। ਮਹਾਂਪੁਰਸ਼ਾਂ ਨੇ ਇਹ ਵਚਨ ਕੀਤਾ, ਕਿਉਂ ਆਪਣੀ ਜ਼ੁਬਾਨ ਨੂੰ ਗੰਦੀ ਕਰਦੇ ਹੋਏ ਗੰਦੀਆਂ ਬੋਲੀਆਂ ਪਾ ਕੇ ਇਹ ਪ੍ਰਭੂ ਦੇ ਪਰਮੇਸ਼ਰ ਦੇ ਸਿੱਧੀਆਂ ਧਾਰਨਾ ਗੁਰਬਾਣੀ ਦੇ ਅਰਥ ਗਾਇਆ ਕਰੋ, ਤਾਂ ਜੋ ਤੁਹਾਡਾ ਜੀਵਨ ਸਫਲ ਹੋ ਸਕੇ। ਮਹਾਂਪੁਰਸ਼ ਤੁਰੇ ਜਾਂਦੇ, ਮਹਾਰਾਜ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਤੁਰੇ ਜਾਂਦੇ ਨੇ, ਕੰਨ ਦੇ ਵਿੱਚ ਆਵਾਜ਼ ਪਈ, ਇੱਕ ਸੱਜਣ ਨੇ ਬੋਲੀ ਪਾਈ, ਕਹਿੰਦਾ ਮੱਥੇ ਯਾਰ ਤੇ ਲੱਗਿਆ ਨਾ ਜਾਵੇ, ਝੂਠੀ ਪੈ ਗਈ ਬਚਨਾਂ ਤੋਂ। ਬਾਬਾ ਅਤਰ ਸਿੰਘ ਜੀ ਜਦੋਂ ਆ ਆਵਾਜ਼ ਕੰਨਾਂ ਵਿੱਚ ਪਈ ਨਾ, ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਸੱਜਣਾ ਆ ਕੀ ਬੋਲਿਆ ਸੀ, ਦੁਬਾਰਾ ਪੜ੍ਹੀ ਤਾਂ ਦੁਬਾਰਾ ਬੋਲਤਾ, ਬੋਲ ਕਿਹੜੇ ਬੋਲੇ ਸੀ? ਕਹਿਣ ਲੱਗੇ, ਮਹਾਰਾਜ ਕੁਛ ਨਹੀਂ, ਤੁਹਾਡੇ ਸੁਣਨ ਵਾਲੇ ਨਹੀਂ, ਮੈਂ ਤਾਂ ਆਪਦੇ ਆਨੰਦ 'ਚ ਪੜ੍ਹਦਾ, ਇਹ ਕੰਮ ਕਰਦਾ ਕਰਦਾ। ਕਹਿੰਦੇ ਨਹੀਂ, ਸੁਣਾ ਸਾਨੂੰ ਦੁਬਾਰਾ ਇਹ ਕੀ ਵਚਨ ਬੋਲਿਆ ਮੂੰਹ ਦੇ ਵਿੱਚੋਂ? ਕਹਿੰਦਾ ਮੱਥੇ ਯਾਰ ਤੇ ਲੱਗਿਆ ਨਾ ਜਾਵੇ, ਝੂਠੀ ਪੈ ਗਈ ਬਚਨਾਂ ਤੋਂ। ਮਹਾਰਾਜ ਕਹਿਣ ਲੱਗੇ, ਗੁਰਮਖਾ ਮੈਨੂੰ ਨਹੀਂ ਪਤਾ ਤੇਰੇ ਅੰਦਰ ਕਿਹੋ ਜਿਹੇ ਵਿਚਾਰ ਨੇ, ਵੀ ਤੂੰ ਕੀ ਸੋਚਦਾ, ਕਿਹਦੇ ਬਾਰੇ ਗੱਲ ਕਰਦਾ, ਪਰ ਜੇ ਮੈਂ ਆਪਦੇ ਮਨ ਦੀ ਗੱਲ ਦੱਸਾਂ ਨਾ, ਗੱਲ ਤੇਰੀ ਆ ਬੋਲੀ ਸੱਚੀ ਹੈ ਪੂਰੀ 100%। ਕਿਵੇਂ? ਕਹਿੰਦੇ ਆ ਜਿਹੜੀ ਆਤਮਾ ਹੈ ਨਾ, ਆਤਮਾ ਇਹ ਪਰਮਾਤਮਾ ਦੇ ਨਾਲ ਵਾਅਦਾ ਕਰਕੇ ਆਈ ਹੈ। ਉਹ ਵਾਅਦਾ ਹਰ ਇੱਕ ਜੀਵ ਮਾਤਾ ਦੇ ਗਰਭ ਵਿੱਚ ਕਰਦਾ ਹੈ ਕਿ ਮਹਾਰਾਜ ਮੈਨੂੰ ਇਸ ਕੁੰਭੀ ਨਰਕ ਦੇ ਵਿੱਚੋਂ ਕੱਢ ਲੈ, ਮੈਂ ਤੇਰਾ ਨਾਮ ਜਪੂਗਾ, ਇੱਕ ਇੱਕ ਸਵਾਸ ਦੇ ਗੇੜੇ ਤੇਰਾ ਨਾਮ ਜਪੂਗਾ। ਪਰ ਉਹ ਗੱਲ ਜੁਦਾ ਹੈ, ਜਦੋਂ ਇਸ ਦੁਨੀਆ ਤੇ ਆਇਆ, ਮਾਇਆ ਨੇ ਐਸਾ ਅਮਰ ਵਰਤਾਇਆ, ਸਾਰਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੱਤਾ। ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਭਾਈ ਤੇਰੀ ਬੋਲੀ ਤਾਂ ਸੱਚੀ ਹੈ, ਜਿਹੜੀ ਇਹ ਆਤਮਾ ਨਾ ਇਹ ਪਰਮਾਤਮਾ ਦੇ ਨਾਲ ਵਾਅਦਾ ਕਰਕੇ ਹੀ ਹੈ, ਉਹ ਵਾਅਦਾ ਪੂਰਾ ਨਹੀਂ ਕਰ ਰਹੀ। ਇਹ ਆਤਮਾ ਜਿਹੜੀ ਸਾਡੀ ਵੀ ਤੇਰਾ ਮੈਂ ਨਾਮ ਜਪੂੰਗਾ, ਪਰ ਇੱਥੇ ਆ ਕੇ ਜਪਦਾ ਹੈ ਨਹੀਂ, ਇਸ ਕਰਕੇ ਤੇਰੀ ਬੋਲੀ ਤਾਂ ਸੱਚੀ ਹੈ। ਜਦੋਂ ਪਰਮੇਸ਼ਰ ਵਾਹਿਗੁਰੂ ਦੀ ਦਰਗਾਹ ਵਿੱਚ ਨਾ ਲੇਖਾ ਜੋਖਾ ਹੋਵੇਗਾ, ਫਿਰ ਉੱਥੇ ਕਿਹੜਾ ਮੂੰਹ ਦਿਖਾਵਾਂਗੇ? ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਹੇਗਾ, ਸਿਮਰਨ ਭਜਨ ਦਇਆ ਨਹਿ ਕੀਨੀ, ਤੋ ਮੁਖ ਝੂਠਾ ਖਾਏਗਾ। ਬਾਬਾ ਅਤਰ ਸਿੰਘ ਜੀ ਨੇ ਫਿਰ ਐਸੇ ਪ੍ਰੇਮ ਦੇ ਬਚਨ ਪੜ੍ਹ ਕੇ ਨਾਲੇ ਤਾਂ ਉਹਨੂੰ ਸਮਝਾਇਆ, ਨਾਲੇ ਜਦ ਤੋਂ ਆ ਧਾਰਨਾ ਵਾਲਾ ਕੀਰਤਨ ਸ਼ੁਰੂ ਕੀਤਾ, ਇਹ ਸਿੱਧੀਆਂ ਧਾਰਨਾ ਸਾਰੇ ਨਾਲੇ ਮਾਈਆਂ ਪੜ੍ਹਦੀਆਂ, ਨਾਲੇ ਭਾਈ ਪੜ੍ਹਦੇ, ਸਾਰਿਆਂ ਦੇ ਸਮਝ ਆਉਣ ਵਾਲਾ ਕੀਰਤਨ। ਫਿਰ ਉਸ ਸਮੇਂ ਤੋਂ ਮਹਾਰਾਜ ਜੀ ਨੇ ਆਰੰਭ ਕੀਤਾ। ਮਹਾਰਾਜ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਭਾਈ ਤੇਰੀ ਬੋਲੀ ਤਾਂ ਸੱਚੀ ਹੈ, ਇਹ ਆਤਮਾ ਪਰਮਾਤਮਾ ਦੇ ਨਾਲ ਵਾਅਦਾ ਕਰਕੇ ਆਈ ਹੈ। ਕਿਹੜਾ ਵਾਅਦਾ? ਆ ਧਾਰਨਾ ਪੜ੍ਹ ਕੇ ਫਿਰ ਆਪਾਂ ਉਹਦੇ ਉਪਰੰਤ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ। ਸਾਧ ਸੰਗਤ ਆਪ ਸਭ ਬਾਬੂ ਜਰਨੈਲ ਸਿੰਘ ਜੀਆਂ ਦੇ ਅੰਤਮ ਅਰਦਾਸ ਵਿੱਚ ਜੁੜ ਬੈਠੇ ਹੋ। ਮਹਾਰਾਜ ਨੇ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ, ਮਹਾਰਾਜ ਨੂੰ ਕਿਰਪਾ ਕਰੇ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਸਾਰਿਆਂ ਨੇ ਇਹ ਅਰਦਾਸ ਕਰਨੀ, ਮਹਾਰਾਜ ਕਿਰਪਾ ਕਰੇ ਉਸ ਵਿਛੜੀ ਨੂੰ, ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ। ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਭਾਈ ਤੇਰੀ ਬੋਲੀ ਸੱਚੀ ਹੈ, ਇਹ ਆਤਮਾ ਪਰਮਾਤਮਾ ਦੇ ਨਾਲ ਵਾਅਦਾ ਕਰਕੇ ਆਉਂਦੀ ਹੈ, ਜੋ ਵਾਅਦਾ ਹਰ ਇੱਕ ਮਨੁੱਖ ਕਰਕੇ ਆਉਂਦਾ। ਪੜੋ ਪ੍ਰੇਮ ਨਾਲ, ਜੀ ਮੈਂ ਨਾਮ ਜਪੂੰਗਾ ਤੇਰਾ, ਭਾਵ ਜਲ ਵਿੱਚੋਂ ਕੱਢ ਲੈ ਗੁਰਾ, ਜੀ ਮੈਂ ਨਾਮ ਜਪੂੰਗਾ ਤੇਰਾ, ਉਹ ਭਾਵ ਜਲ ਵਿੱਚੋਂ ਕੱਢ ਲੈ ਗੁਰਾ। ਭਾਵ ਜਲ ਵਿੱਚੋਂ ਕੱਢ ਲੈ, ਉਹ ਜੀ ਮੈਂ ਨਾਮ, ਭਾਵ ਜਲ ਵਿੱਚੋਂ ਜੀ ਮੈਂ ਨਾਮ ਜਪੂੰਗਾ, ਭਾਵ ਜਲ ਵਿੱਚੋਂ
ਆ ਕੱਢ ਲੈ ਗੁਰਾਂ ਜੀ, ਕੱਢ ਲੈ ਗੁਰਾਂ ਇਥੋਂ ਮੈਨੂੰ, ਕੱਢ ਲੈ ਜੀ। ਮੈਂ ਨਾਮ ਜਪੂੰਗਾ ਵਾਹਿਗੁਰੂ ਤੇਰਾ, ਆ ਜਪੂੰਗਾ ਵਾਹਿਗੁਰੂ ਤੇਰਾ, ਇਥੋਂ ਮੈਨੂੰ ਕੱਢ ਲੈ ਗੁਰਾਂ ਜੀ। ਮੈਂ ਨਾਮ ਜੀ, ਮੈਂ ਨਾਮ ਜਪੂੰਗਾ ਤੇਰਾ, ਇਥੋਂ ਮੈਨੂੰ ਕੱਢ ਲੈ ਗੁਰਾਂ। ਇਥੋਂ ਮੈਨੂੰ ਕੱਢ ਲੈ ਓ ਜੀ, ਮੈਂ ਨਾਮ ਗਾ ਤੇਰਾ। ਮੁਖ ਤਲੇ ਪੈਰ ਉਪਰੈ ਸੰਗੜੋ ਸੋਤੇ ਥਾਰ, ਨਾਨਕ ਸੋ ਧਣੀ ਕਿਉ ਵਸਾਰੀਐ ਉਪਰੈ। ਆ ਖਾਤ ਪੀ ਖੇਲਤ ਧਰਮੇ ਜਨਮ ਅਨੇਕ, ਭਵ ਜਲ ਤੇ ਕਾਟੋ ਪ੍ਰਭੂ ਨਾਨਕ ਤੇਰੀ ਟੇਕ। ਆਓ ਸਾਧ ਸੰਗਤ ਨੇ ਹਾਜ਼ਰੀ ਪ੍ਰਵਾਨ ਹੋਈਆਂ ਤਮਾਮ ਪੰਨਾਂ ਦੀ ਖਿਮਾ, ਜੋ ਅਜੇ ਤੱਕ ਨਹੀਂ ਬੋਲਿਆ ਆਨੰਦ ਸਾਹਿਬ ਦੀ ਬਾਣੀ ਵਿੱਚ। ਰਾਮ ਕਲੀ ਮਹਲਾ ਤੀਜਾ, ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਇਆ, ਸ਼ਬਦੋ ਤਾਂ ਗਾਵੋ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਾ ਹਰ ਨਾਲ ਰਹੋ ਤੂੰ, ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਭਨਾ ਗਲਾ ਸਮਰੱਥ ਸੁਆਮੀ, ਸੂਰ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਹੋ ਹਰ ਨਾਮੇ, ਸਾਚੇ ਸਾਹਿਬਾ ਕਿਆ ਨਾਹੀ ਕਰਤੇ ਹੈ। ਕਰਤਾ ਤੇਰੇ ਸਭ ਕਿਛ ਹੈ, ਜਿਸ ਦੇ ਸੁਖਾਏ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਸਾਚ ਨਾਮ ਆਕਾਰ ਮੇਰਾ, ਜਿਨ ਦੁਖਾਂ ਸਭ ਗਵਾਇਆ। ਹਰ ਸਾਥ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਇਆ। ਸਦਾ ਕੁਰਬਾਨ ਕੀਤਾ ਗੁਰ ਵਿਟ ਹੋ, ਜਿਸ ਦੀਆਂ ਏ ਵਡਿਆਈ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਕਰੋ ਪਿਆ। ਸਾਚਾ ਨਾਮ ਮੇਰਾ ਰਾਜੇ, ਪੰਜ ਸ਼ਬਦ ਤ੍ਰਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ। ਪੰਜ ਲੋਕ ਉਦਵਾਸ ਕੀਤੇ,
पाया रे सगल विसोए दुख रोग संग ताप उतरे सुनी सखी बात संत साजन भये सरसे पूरे गुर तेजा सुनते पुनीत कहते सतगुर रहया भरपूर बिनवंत नानक गुर चरण लाल बाजे अनहद पवन गुरु पाणी पिता माता धरत महत दिवस रात चंगियाइयां बुरियाइयां वाजे धर्म हजूर